यह राज हूर हाजरा हजूर। दसां पातशाहियां दे आत्मिक स्वरूप। धन 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 साहिब सतगुरु श्री गुरु ग्रंथ साहिब महाराज जी दी पावन पवित्र हजूरी अंदर धन धन बाबा भाई झाड़ू साहिब जी दे पवित्र अस्थानां ते सत संगत रूप हो करके हाजरियां भर रहे गुरु प्यारिओ, गुरु सवारिओ, वडभागे हो। अमृत वेले तो सतगुरां दे दर्शन दीदार परस करके अमृतमयी बाणियां दे नितनेम सरवण करके अते अमृतमयी गुरबाणी आसा की वार दा कीर्तन सरवण करके अपने जीवन नूं सवारण दा यतन कर रहे सी। वडभागे हो। आओ सब तो पहला सतगुरां दे चरनां विच हाजरी लवाईए। दोवें हथ जोड़ो, सतगुरां दे चरनां दा ध्यान धारो। शीस झुका करके गज करके आखो वाहिगुरु जी का खालसा वाहिगुरु जी की फतेह। सतगुरां दी अपार कृपा सदका पिछला महीना सुख शांति नाल बतीत होया है। सतगुरां दा कोटान कोट शुक्र है। अज पोह दा महीना प्रारंभ होया है। सतगुरां दे चरनां विच अरदास बेनती है। गरीब नवाज सतगुरु जी कृपा करन। अपने भाणे अंदर सेवा सिमरन करदियां कराउंदियां बाणी पढ़दियां पढ़ाउंदियां शुभ कर्म करदियां होया गुरु मर्यादा विच विचरदियां होया बतीत होवे। संगराम दे दिहाड़े नूं मुख रखदियां आप जी ने हुणे हुणे 12 माहां दी पावन बाणी दा पाठ सरवण कीता है। आओ सतगुरां दी कृपा सदका गरीब नवाज सतगुरु जी ने जो अज दे महीने द्वारा साडे कलयुग जीवां ताईं पावन उपदेश दी बख्शिश कीती है। सरवण करके अपने जीवन नूं सवारण दा यतन करना करिए। मन दी एकाग्रता वास्ते उच्चारण करना करो सतनाम श्री वाहिगुरु साहिब जी। भोख तुखार ना व्यापई कंठ मिलिया हर नाहु। अज दे महीने द्वारा पंचम गुरदेव शहीदां दे सिरताज
ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਪੋਖ ਤੁਖਾਰ ਨ ਵਿਆਪਾਈ। ਪੋਖ ਦਾ ਅਰਥ ਹੈ ਪੋਹ, ਇਹ ਮਹੀਨੇ ਦਾ ਨਾਂ ਹੈ। ਪੋਹ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਕਿਰਪਾ ਕਰਦੇ ਨੇ। ਇਹ ਜੋ ਪੋਹ ਦਾ ਮਹੀਨਾ ਹੈ, ਇਹ ਅੱਤ ਸਰਦੀ ਦਾ ਮਹੀਨਾ ਮੰਨਿਆ ਜਾਂਦਾ ਹੈ। ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ ਤੇ ਗੁਰਬਾਣੀ ਵਿੱਚ 6 ਰੁੱਤਾਂ ਦਾ ਜ਼ਿਕਰ ਆਇਆ ਹੈ। ਮੋਟੇ ਰੂਪ ਵਿੱਚ ਆਪਾਂ 2 ਹੀ ਜਾਣਦੇ ਹਾਂ ਕਿ ਗਰਮੀ ਹੈ ਤੇ ਸਰਦੀ ਹੈ, ਪਰ ਹੈ 6। ਕਿਉਂਕਿ ਇੱਕ ਹੈ ਬਸੰਤ ਦੀ ਰੁੱਤ, ਜਿਹੜੀ ਚੇਤ ਤੇ ਵਿਸਾਖ ਦੇ ਵਿੱਚ ਆਉਂਦੀ ਹੈ। 2 ਮਹੀਨਿਆਂ ਦੀ ਇੱਕ ਰੁੱਤ ਹੈ। ਉਸ ਤੋਂ ਬਾਅਦ ਜੇਠ ਹਾੜ ਦੇ ਵਿੱਚ ਗਰਮੀ ਦੀ ਰੁੱਤ ਸ਼ੁਰੂ ਹੁੰਦੀ ਹੈ ਤੇ ਸਾਵਣ ਤੇ ਭਾਦਰੋਂ ਦੇ ਵਿੱਚ ਬਰਸਾਤ ਦੀ ਰੁੱਤ ਮੰਨੀ ਜਾਂਦੀ, ਵਰਖਾ ਦੀ, ਮੀਂਹ ਵਾਲੀ। ਅੱਸੂ ਕੱਤਕ ਇਹ ਗੁਰੂ ਪਿਆਰ ਵਾਲਿਓ ਸਰਦੀ ਦੀ ਰੁੱਤ ਹੈ। ਤੇ ਮੱਘਰ ਤੇ ਪੋਹ ਇਹਨੂੰ ਗੁਰਬਾਣੀ ਵਿੱਚ ਹਿਮ ਰੁੱਤ ਕਿਹਾ। ਹਿਮ ਹੈ, ਇਹ ਵੀ ਸਰਦੀ ਦੀ ਹੈ, ਪਰ ਹਿਮ ਦਾ ਅਰਥ ਵਿਦਵਾਨਾਂ ਨੇ ਬਰਫ਼ ਵੀ ਕੀਤਾ ਹੈ, ਭਾਵ ਕਿ ਬਹੁਤੀ ਠੰਡ ਵਾਲੀ ਰੁੱਤ। ਅਤੇ ਉਸ ਤੋਂ ਬਾਅਦ ਮਾਘ ਤੇ ਫੱਗਣ ਇਹ ਪਤਝੜ ਦੀ ਰੁੱਤ ਹੈ। 6 ਰੁੱਤਾਂ ਨੇ, ਬਸੰਤ, ਗਰਮੀ, ਸਰਦੀ, ਹਿਮ ਤੇ ਬਰਸਾਤ ਲੰਘ ਗਈ ਹੈ ਤੇ ਪਤਝੜ। ਇਹ 6 ਰੁੱਤਾਂ ਨੇ। ਮੱਘਰ ਤੇ ਪੋਹ ਦੀ ਰੁੱਤ ਜਿਹੜੀ ਸਭ ਤੋਂ ਵੱਧ ਠੰਡ ਵਾਲੀ ਮੰਨੀ ਗਈ ਹੈ। ਇਸੇ ਕਰਕੇ ਪਾਤਸ਼ਾਹ ਨੇ ਇਸ ਮਹੀਨੇ ਵਿੱਚ ਤੁਖਾਰ ਸ਼ਬਦ ਵਰਤਿਆ ਹੈ। ਤੁਖਾਰ ਦਾ ਅਰਥ ਵਿਦਵਾਨਾਂ ਨੇ ਬਰਫ਼ ਕੀਤਾ ਹੈ। ਜਿਵੇਂ ਪੋਹ ਦੇ ਮਹੀਨੇ ਵਿੱਚ ਬਰਫ਼ ਵਾਂਗ ਠੰਡ ਪੈਂਦੀ ਹੈ ਤੇ ਕਈਆਂ ਇਲਾਕਿਆਂ 'ਚ ਤੇ ਬਰਫ਼ ਵੀ ਪੈਂਦੀ ਹੈ, ਬਹੁਤੀ ਠੰਡ ਹੁੰਦੀ ਹੈ। ਇੱਥੇ 2 ਪ੍ਰਕਾਰ ਦੇ ਅਰਥ ਆਉਣਗੇ। ਇੱਕ ਤਾਂ ਬਾਹਰੀ ਠੰਡ ਤੇ ਇੱਕ ਬਰਫ਼ ਤੋਂ ਭਾਵ ਹੁੰਦਾ ਜੜਤਾ, ਜੜ ਹੋ ਜਾਣਾ, ਹਿੱਲਣਾ ਜੁਲਣਾ ਹੀ ਨਾ। ਸੋ ਮਹਾਰਾਜ ਕਿਰਪਾ ਕਰਦੇ ਨੇ, ਕੰਠ ਮਿਲਿਆ ਹਰ ਨਾਹੋ। ਕੰਠ ਨਾਮ ਗਲੇ ਦਾ ਹੈ ਕਿ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਆ ਕਰਕੇ ਮਿਲਿਆ ਹੈ, ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ, ਉਹਨਾਂ ਜੀਵਾਂ ਨੂੰ ਜੜਤਾ ਰੂਪੀ ਜਿਹੜੀ ਬਰਫ਼ ਹੈ ਉਹ ਕਦੇ ਵਿਆਪਦੀ ਨਹੀਂ। ਭਾਵ ਕਿ ਉਹਨਾਂ ਦੀ ਜੁੜੀ ਹੋਈ ਬਿਰਤ ਨੂੰ, ਜੁੜੀ ਹੋਈ ਬਿਰਤੀ ਨੂੰ ਕੋਈ ਤੋੜ ਨਹੀਂ ਸਕਦਾ, ਭਾਵੇਂ ਜਿੰਨੀਆਂ ਮਰਜ਼ੀ ਰੁਕਾਵਟਾਂ ਆ ਜਾਣ। ਵੱਡੇ ਵੱਡੇ ਲਾਲਚ ਵੀ ਉਹਨਾਂ ਦੀ ਬਿਰਤੀ ਨੂੰ ਜੜ ਨਹੀਂ ਕਰ ਸਕਦੇ, ਰੋਕ ਨਹੀਂ ਸਕਦੇ। ਅਗਲੇ ਦਿਨ ਜਿਹੜੇ ਚੱਲ ਰਹੇ ਨੇ, ਇਹਨਾਂ ਦਿਨਾਂ ਦਾ ਇਤਿਹਾਸ ਹੀ ਇਹੋ ਹੈ ਕਿ ਛੋਟੇ ਸਾਹਿਬਜ਼ਾਦੇ ਤੇ ਵੱਡੇ ਸਾਹਿਬਜ਼ਾਦਿਆਂ ਦਾ ਇਤਿਹਾਸ ਜਦੋਂ ਆਪਾਂ ਪੜ੍ਹਦੇ ਹਾਂ
ਤੇ ਉਹਦੇ ਵਿੱਚ ਵੀ ਇਹੀ ਨਜ਼ਰ ਆਉਂਦਾ ਹੈ ਕਿ ਕਿੰਨੇ ਲਾਲਚ ਦਿੱਤੇ ਗਏ, ਕਿੰਨੇ ਡਰਾਵੇ ਦਿੱਤੇ ਗਏ, ਪਰ ਗੁਰੂ ਕੇ ਲਾਲਾਂ ਨੇ ਸਿੱਖੀ ਨਹੀਂ ਤਿਆਗੀ, ਉਹਨਾਂ ਦੇ ਅੱਗੇ ਜੜ ਨਹੀਂ ਹੋਏ, ਡੋਲੇ ਨਹੀਂ। ਗੁਰੂ ਦੀ ਕਿਰਪਾ ਦੇ ਨਾਲ ਹੱਸ ਹੱਸ ਕਰਕੇ ਸ਼ਹਾਦਤਾਂ ਦਾ ਜਾਮ ਪੀ ਗਏ ਨੇ, ਸਦਾ ਵਾਸਤੇ ਅਮਰ ਹੋ ਗਏ ਨੇ। ਇਸ ਕਰਕੇ ਅੱਲਾ ਯਾਰ ਖਾਨ ਨੇ ਇੱਕ ਬਚਨ ਲਿਖਿਆ ਹੈ, ਉਹ ਲਿਖਦਾ ਹੈ, ਇੱਕ ਇਹ ਦੁਨੀਆ ਦੇ ਲੋਕੋ, ਹਿੰਦੁਸਤਾਨ ਇਹ ਭਾਰਤ ਤੀਰਥਾਂ ਦਾ ਦੇਸ਼ ਹੈ, ਪਰ ਜੇ ਕਿਤੇ ਤੁਸੀਂ ਹਿੰਦੁਸਤਾਨ ਦੀ ਧਰਤੀ ਤੇ, ਭਾਰਤ ਦੀ ਧਰਤੀ ਤੇ ਤੀਰਥਾਂ ਤੇ ਜਾਣਾ ਹੈ, ਤੇ ਮੇਰੀ ਨਿਗਾਹ ਦੇ ਵਿੱਚ ਬਸ ਹਿੰਦ ਮੈਂ ਏਕ ਤੀਰਥ ਹੈ यात्रा के लिए, जहाँ बाप ने कटाए बच्चे खुदा के लिए। ਮੇਰੀ ਨਿਗਾਹ ਦੇ ਵਿੱਚ ਇੱਕੋ ਤੀਰਥ ਹੈ ਹਿੰਦੁਸਤਾਨ ਦੇ ਵਿੱਚ ਯਾਤਰਾ ਵਾਸਤੇ, ਜਿੱਥੇ ਬਾਪ ਨੇ ਆਪਣੇ ਬੱਚੇ ਪਰਮੇਸ਼ਰ ਵਾਸਤੇ ਕੁਰਬਾਨ ਕਰ ਦਿੱਤੇ ਨੇ। ਕਿੰਨੇ ਦੁੱਖ ਦੇਣ ਦਾ ਯਤਨ ਕੀਤਾ, ਪਰ ਉਹਨਾਂ ਨੂੰ ਕੋਈ ਜੜ ਨਹੀਂ ਕਰ ਸਕਿਆ, ਕੋਈ ਰੋਕ ਨਹੀਂ ਸਕਿਆ। ਇਹਦੇ ਨਾਲ ਪ੍ਰਤੱਖ ਵੀ ਆਪਾਂ ਲੈ ਲਈਏ ਕਿ ਪਾਲਾ ਠੰਡ, ਗੁਰਬਾਣੀ ਦੇ ਵਿੱਚ ਬਚਨ ਆਉਂਦਾ ਨਾ, ਪਾਲਾ ਤਾਊ ਕਛੂ ਨਾ ਵਿਆਪੈ ਜੋ ਹਰ ਗੁਣ ਗਾਏ। ਉਹਨੂੰ ਬਾਹਰਲੀ ਠੰਡ, ਬਾਹਰਲਾ ਸੇਕ ਕੁਝ ਨਹੀਂ ਕਹਿ ਸਕਦਾ ਜਿਹੜਾ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਤੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ। ਕਿ ਉੱਥੇ ਠੰਡ ਨਹੀਂ ਸੀ? ਬਹੁਤ ਠੰਡ ਸੀ। ਠੰਡਾ ਬੁਰਜ ਕੀ ਸੀ? ਜਿਵੇਂ ਅੱਜ ਕੱਲ੍ਹ ਆਪਾਂ ਗਰਮੀਆਂ ਦੇ ਵਿੱਚ ਏਸੀ ਦੀ ਵਰਤੋਂ ਕਰਦੇ, ਏਸੀ ਦੀ, ਤੇ ਪੁਰਾਣੇ ਜ਼ਮਾਨੇ ਦਾ ਏਸੀ ਹੁੰਦਾ ਸੀ ਠੰਡਾ ਬੁਰਜ। ਸਮਝ ਸੌਖੀ ਪੈ ਜਾਵੇ, ਜਿਵੇਂ ਗਰਮੀਆਂ 'ਚ ਏਸੀ ਲਾਇਆ ਹੋਵੇ ਤੇ ਠੰਡ ਹੋ ਜਾਂਦੀ ਹੈ ਕਮਰੇ ਦੇ ਵਿੱਚ। ਇਸੇ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਸਾਧਨ ਸੀ ਏਸੀ ਵਾਂਗ ਠੰਡ ਦੇਣ ਵਾਲਾ ਹੁੰਦਾ ਸੀ। ਠੰਡਾ ਬੁਰਜ ਜਿਹਨੂੰ ਕਿਹਾ ਜਾਂਦਾ ਸੀ, ਭਾਵ ਕਿ ਉਹ ਜਾਂ ਕਿਸੇ ਨਦੀ ਦੇ ਕੰਢੇ ਦੇ ਜਾਂ ਕਿਤੇ ਤਲਾਬ ਦੇ ਵਿੱਚ ਬਣਾਇਆ ਜਾਂਦਾ ਸੀ, ਜਿੱਥੇ ਬੈਠਣ ਦੇ ਨਾਲ ਪਾਣੀ ਨਾਲ ਹਵਾ ਛੋਹ ਕਰਕੇ ਆਉਂਦੀ ਸੀ ਠੰਡੀ ਠੰਡੀ। ਹੁਣ ਜਿਹੜਾ ਗਰਮੀਆਂ ਦੇ ਵਿੱਚ ਏਸੀ ਵਾਂਗ ਠੰਡ ਦੇਣ ਵਾਲਾ ਹੈ, ਇਹਨਾਂ ਦਿਨਾਂ ਵਿੱਚ ਉੱਥੇ ਕਿੰਨੀ ਕੁ ਠੰਡ ਹੋਵੇਗੀ, ਇਹ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਪਰ ਉਸ ਠੰਡੇ ਬੁਰਜ ਦੇ ਵਿੱਚ ਨਾ ਥੱਲੇ ਵਿਛਾਉਣ ਵਾਸਤੇ ਕੱਪੜਾ ਹੈ, ਕੋਈ ਬਿਸਤਰਾ ਹੈ, ਤੇ ਨਾ ਸਾਹਿਬਜ਼ਾਦਿਆਂ ਦੇ ਉੱਪਰ ਲੈਣ ਵਾਸਤੇ ਕੋਈ ਬਿਸਤਰਾ ਹੈ। ਤੇ ਦੂਜਾ ਆਪਾਂ ਇਹ ਵੀ ਜਾਣਦੇ ਹਾਂ ਕਿ ਠੰਡ ਦੋ ਉਮਰਾਂ ਦੇ ਵਿੱਚ ਜ਼ਿਆਦਾ ਲੱਗਦੀ, ਇੱਕ ਤਾਂ ਬੱਚੇ ਨੂੰ ਤੇ ਇੱਕ ਬਜ਼ੁਰਗ ਨੂੰ। ਜਵਾਨ ਬੰਦੇ ਕੋਲ ਸ਼ਕਤੀ ਹੁੰਦੀ, ਤਾਕਤ ਹੁੰਦੀ ਹੈ, ਉਹ ਠੰਡ ਝੱਲ ਜਾਂਦਾ ਹੈ, ਪਰ ਬਜ਼ੁਰਗ ਨੂੰ ਠੰਡ ਜ਼ਿਆਦਾ ਲੱਗਦੀ ਹੈ ਤੇ ਬੱਚੇ ਨੂੰ ਵੀ ਠੰਡ ਜ਼ਿਆਦਾ ਲੱਗਦੀ ਹੈ। ਪਰ ਉੱਥੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ 9 ਸਾਲ ਦੇ ਨੇ ਤੇ ਬਾਬਾ ਫਤਿਹ ਸਿੰਘ 7 ਸਾਲ ਦੇ ਨੇ, ਬੱਚੇ ਹੀ ਹੈ ਨਾ। ਤੇ ਬਜ਼ੁਰਗ ਮਾਤਾ ਹੈ ਮਾਤਾ ਗੁਜਰ ਕੌਰ, ਦੋਵੇਂ ਅਵਸਥਾ ਨੇ। ਇਹਨਾਂ ਅਵਸਥਾ ਦੇ ਵਿੱਚ ਠੰਡ ਬਹੁਤੀ ਲੱਗਦੀ ਹੈ, ਸੁੰਨ ਕਰ ਦਿੰਦੀ ਹੈ। ਪਰ ਪਾਤਸ਼ਾਹ ਜੀ ਦੇ ਬਚਨ ਨੇ, ਪੋਖ ਤੁਖਾਰ ਨਾ ਵਿਆਪਾਈ ਕੰਠ ਮਿਲਿਆ ਹਰ ਨਾਹ। ਜਿਨ੍ਹਾਂ ਨੂੰ ਰੱਬ ਮਿਲਿਆ ਹੋਵੇ ਨਾ, ਜਿਹੜੇ ਰੱਬ ਦਾ ਰੂਪ ਹੋ ਜਾਂਦੇ ਨੇ, ਉਹਨਾਂ ਦਾ ਠੰਡ ਕੁਝ ਨਹੀਂ ਵਿਗਾੜ ਸਕਦੀ। ਠੰਡੇ ਬੁਰਜ ਵਿੱਚ ਵੀ ਗੁਰੂ ਕੇ ਲਾਲ ਬੈਠੇ, ਗੁਰੂ ਕੇ ਮਾਤਾ ਜੀ ਬੈਠੇ ਨੇ, ਪਰ ਉਹਨਾਂ ਦਾ ਕੁਝ ਵੀ ਠੰਡ ਵਿਗਾੜ ਨਹੀਂ ਸਕੀ। ਉਸੇ ਤਰ੍ਹਾਂ ਹੀ ਰੱਬ ਦੀ ਯਾਦ ਵਿੱਚ ਜੁੜੇ ਹੋਏ ਨੇ। ਬਾਹਰੀ ਠੰਡ ਵੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ, ਜਿਹੜੇ ਵਾਹਿਗੁਰੂ ਦੇ ਨਾਲ ਮਿਲ ਗਏ ਨੇ। ਤੇ ਅੰਤਰੀਵ ਤੌਰ ਤੇ ਜੜਤਾ ਵੀ ਉਹਨਾਂ ਨੂੰ ਨਹੀਂ ਵਿਆਪਦੀ, ਉਹ ਜੜ ਨਹੀਂ ਹੁੰਦੇ। ਭਾਵੇਂ ਸਿਰ ਤੇ ਆਰਾ ਚੱਲਦਾ ਹੈ ਸਿੱਖ ਦੇ,
ਮੁੱਖ ਵਿੱਚੋਂ ਪਾਠ ਚੱਲਦਾ ਹੈ ਜਪਜੀ ਸਾਹਿਬ ਦਾ, ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ। ਇੱਥੇ ਪਾਠ ਆਉਂਦਾ ਹੈ, ਸਰੀਰ ਦੋ ਫਾੜ ਹੋ ਜਾਂਦਾ ਹੈ, ਫਿਰ ਵੀ ਸਰੀਰ ਜੜ ਨਹੀਂ ਹੁੰਦਾ, ਰੁਕਦਾ ਨਹੀਂ ਗਾ ਪਾਠ। ਇਹ ਨਹੀਂ ਕਿ ਪਾਠ ਰੁਕ ਗਿਆ, ਸਰੀਰ ਦੇ ਦੋ ਟੁਕੜੇ ਹੋ ਗਏ, ਅਰਧੋ ਅਰਧ ਚਰਾਏ ਸੁਡਾਰਾ। ਧਰ ਪਰ ਪਰਿਓ ਹੋਇ ਦੁਇ ਫਾਰਾ, ਦੋਨੋਂ ਤਨ ਤੇ ਜਪਜੀ ਪੜੈ, ਹੇਰਤ ਚਿਤ ਮੈਂ ਅਚਰਜ ਬੜੈ। ਇਤਿਹਾਸਕਾਰ ਲਿਖਦੇ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਕਹਿੰਦੇ ਨੇ ਅੱਧਾ ਅੱਧਾ ਸਰੀਰ ਚੀਰ ਕਰਕੇ ਦੋ ਪਾਸੇ ਕਰ ਦਿੱਤਾ ਹੈ ਭਾਈ ਮਤੀ ਦਾਸ ਦਾ, ਪਰ ਦੋਨਾਂ ਫਾੜਿਆਂ ਦੇ ਵਿੱਚੋਂ ਸਿੱਖ ਜਪਜੀ ਸਾਹਿਬ ਪੜ੍ਹਦਾ ਰਿਹਾ ਹੈ। ਕਹਿੰਦੇ ਵੇਖਣ ਵਾਲਾ ਹੈਰਾਨ ਹੁੰਦਾ ਸੀ, ਇਹ ਕਿਵੇਂ ਹੋ ਰਿਹਾ ਹੈ, ਸਰੀਰ ਦੇ ਦੋ ਟੁਕੜੇ ਹੋ ਜਾਣ ਤੇ ਜੜ ਹੋ ਜਾਵੇਗਾ, ਡੈੱਡ ਹੋ ਜਾਵੇਗਾ, ਪਰ ਇਹ ਸਰੀਰ ਡੈੱਡ ਕਿਉਂ ਨਹੀਂ ਹੋ ਰਿਹਾ, ਇਹ ਰੁਕ ਕਿਉਂ ਨਹੀਂ ਰਿਹਾ। ਕਹਿੰਦੇ ਜਪਜੀ ਸਾਹਿਬ ਚੱਲ ਰਿਹਾ ਹੈ। ਤੇ ਉਹੀ ਗੱਲ ਮਹਾਰਾਜ ਸਮਝਾਉਂਦੇ ਨੇ, ਕੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੂ। ਜਿਨ੍ਹਾਂ ਨੂੰ ਰੱਬ ਮਿਲ ਗਿਆ ਹੈ ਉਹਨਾਂ ਤੇ ਜੜਤਾ ਨਹੀਂ ਵਿਆਪਦੀ, ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ। ਅਨੇਕਾਂ ਨੇ, ਜਦੋਂ ਅਸੀਂ ਪ੍ਰਮਾਣ ਪੜ੍ਹੀਏ ਤੇ ਅਨੇਕਾਂ ਨੇ, ਇੱਕ ਦੋ ਨਹੀਂ, ਇਤਿਹਾਸ ਵਿੱਚ ਕੇਵਲ ਲਿਖਣ ਮਾਤਰ ਨਹੀਂ ਗਾ ਮਹਾਰਾਜ ਦਾ ਬਚਨ। ਮਹਾਰਾਜ ਨੇ ਉਹ ਆਪ ਵੀ ਪ੍ਰਗਟ ਕਰਕੇ ਦਿਖਾਇਆ, ਤੱਤੀ ਤਵੀ ਤੇ ਬੈਠ ਕਰਕੇ। ਅਤੇ ਗੁਰੂ ਪਿਆਰ ਵਾਲਿਓ, ਉਹ ਗੁਰੂ ਕੇ ਸਿੱਖਾਂ ਨੇ ਜਿਨ੍ਹਾਂ ਨੇ ਇਹ ਬਚਨ ਕਮਾਏ ਆ, ਉਹਨਾਂ ਦੇ ਜੀਵਨ ਵਿੱਚੋਂ ਇਹ ਸਾਨੂੰ ਸਾਹਮਣੇ ਆਉਂਦੇ ਨੇ ਕਿ ਭਾਈ ਮਣੀ ਸਿੰਘ ਜਿਨ੍ਹਾਂ ਦਾ ਬੰਦ ਕੱਟਿਆ ਜਾਂਦਾ ਹੈ, ਸਾਰਾ ਸਰੀਰ ਪੱਠਿਆਂ ਵਾਂਗੂ ਕੁਤਰ ਕਰਕੇ ਟੋਕਰੇ 'ਚ ਪਾ ਲਿਆ ਹੈ। ਸੁਖਮਣੀ ਸਾਹਿਬ ਜੀ ਦਾ ਪਾਠ ਚੱਲਦਾ ਹੈ ਤੇ ਸਲੋਕ ਚੱਲਦਾ ਹੈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇੱਥੇ ਪਾਠ ਆਇਆ ਹੈ ਤੇ ਸਰੀਰ ਦੇ ਟੁਕੜੇ ਟੁਕੜੇ ਹੋ ਗਏ ਨੇ, ਪਰ ਫਿਰ ਵੀ ਸਰੀਰ ਜੜ ਨਹੀਂ ਹੋਇਆ, ਜੜਤਾ ਨਹੀਂ ਵਿਆਪੀ। ਇੱਕ ਇੱਕ ਟੁਕੜੇ ਵਿੱਚੋਂ ਸੁਖਮਣੀ ਸਾਹਿਬ ਦਾ ਪਾਠ ਇਉਂ ਪੜ੍ਹਿਆ ਜਾ ਰਿਹਾ ਹੈ, ਇਉਂ ਆਵਾਜ਼ ਆ ਰਹੀ ਹੈ ਜਿਵੇਂ ਬਹੁਤੀ ਸੰਗਤ ਮਿਲ ਕਰਕੇ ਸੁਖਮਣੀ ਸਾਹਿਬ ਦਾ ਪਾਠ ਕਰ ਰਹੀ ਹੋਵੇ। ਕਿਉਂ ਨਹੀਂ ਜੜਤਾ ਵਿਆਪੀ? ਕੰਠ ਮਿਲਿਆ ਹਰ ਨਾਹੂ। ਮਾਰੇ ਕਹਿੰਦੇ ਉਹਨਾਂ ਨੂੰ ਵਾਹਿਗੁਰੂ ਮਿਲ ਪਿਆ ਹੈ ਤਾਂ ਨਹੀਂ ਵਿਆਪੀ। ਦੁਨੀਆ ਦੇ ਵਿੱਚ ਅਜੇ ਤੱਕ ਐਸੀ ਮਿਸਾਲ ਨਹੀਂ ਪੈਦਾ ਹੋਈ ਵੀ ਕਿਸੇ ਦਾ ਸਿਰ ਲੈ ਜਾਵੇ ਤੇ ਉਹ ਫਿਰ ਵੀ ਤਲੀ ਤੇ ਰੱਖ ਕੇ ਤੁਰਿਆ ਜਾਵੇ। ਸਿਰਫ ਇੱਕੋ ਇੱਕ ਇਹ ਸਿੱਖ ਇਤਿਹਾਸ ਵਿੱਚ ਹੈ, ਇਹ ਗੁਰੂ ਨਾਨਕ ਦੇ ਘਰ ਦੀ ਮਿਸਾਲ ਦੁਨੀਆ ਦੇ ਵਿੱਚ ਹਜੇ ਕਿਤੇ ਨਹੀਂ ਹੈਗੀ। ਬੜੀਆਂ ਕੌਮਾਂ ਪੈਦਾ ਹੋਈਆਂ, ਬੜੇ ਜੁਝਾਰੂ ਸੂਰਮੇ ਪੈਦਾ ਹੋਏ। ਮਰਹੱਟਿਆਂ ਦੀ ਕੌਮ ਬੜੀ ਮਸ਼ਹੂਰ ਹੋਈ। ਮਰਹੱਟਿਆਂ ਦੀ ਕੌਮ ਮਸ਼ਹੂਰ ਕਿਉਂ ਹੋਈ? ਵਿਦਵਾਨ ਸੱਜਣ ਲਿਖਦੇ ਨੇ ਉਹਨਾਂ ਦਾ ਮਰਹੱਟੇ ਨਾਮ ਤਾਂ ਪਿਆ ਸੀ ਕਿ ਉਹ ਜੰਗ ਦੇ ਮੈਦਾਨ ਵਿੱਚੋਂ ਮਾਰ ਹੱਟੇ, ਮਰ ਕੇ ਵਾਪਸ ਆਉਂਦੇ ਸੀ, ਨਹੀਂ ਤੇ ਵਾਪਸ ਨਹੀਂ ਸੀ ਆਉਂਦੇ, ਇੰਨੇ ਜੁਝਾਰੂ ਸਨ, ਤਾਂ ਉਹਨਾਂ ਦਾ ਨਾਂ ਹੀ ਮਰਹੱਟੇ ਪੈ ਗਿਆ। ਪਰ ਸਿੱਖ ਕੌਮ ਨੇ ਉਹਨਾਂ ਦਾ ਵੀ ਰਿਕਾਰਡ ਤੋੜ ਦਿੱਤਾ, ਉਹਨਾਂ ਨੂੰ ਵੀ ਫੇਲ ਕਰ ਦਿੱਤਾ ਕਿ ਸੱਜਣੋ ਤੁਸੀਂ ਤਾਂ ਮਰ ਕੇ ਹਟ ਜਾਂਦੇ ਹੋ, ਇੱਧਰ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਮਰਨ ਤੋਂ ਬਾਅਦ ਵੀ ਨਹੀਂ ਹਟਦੇ। ਬਾਬਾ ਦੀਪ ਸਿੰਘ ਨੇ ਉਹ ਰਿਕਾਰਡ ਤੋੜਿਆ, ਸੀਸ ਧੜ ਦੇ ਨਾਲੋਂ ਲੈ ਜਾਂਦਾ ਹੈ। ਦੂਜੇ ਪਾਸੇ ਜਹਾਨ ਖਾਨ, ਉਹਦਾ ਵੀ ਸਿਰ ਲੱਥਾ ਹੈ ਧੜ ਦੇ ਨਾਲੋਂ, ਦੋਨਾਂ ਦੇ ਸਾਂਝੇ ਵਾਰ ਹੋਏ ਨਾ, ਪਰ ਉਹ ਧਰਤੀ ਤੇ ਪਿਆ, ਉਹਦਾ ਸਿਰ ਰੁਲਦਾ ਪਿਆ ਹੈ, ਉਹ ਨਹੀਂ ਉੱਠ ਸਕਿਆ ਕਿਉਂਕਿ ਉਹ ਰੱਬ ਨਾਲ ਜੁੜਿਆ ਹੋਇਆ ਨਹੀਂ ਗਾ। ਉਹ ਕੇਵਲ ਸੂਰਮਾ ਤਾਂ ਹੈ ਪਰ ਸੰਤ ਨਹੀਂ ਗਾ। ਸੂਰਮਾ ਜ਼ਰੂਰ ਹੈ, ਸਿਪਾਹੀ ਜ਼ਰੂਰ ਹੈ, ਪਰ ਬਾਬਾ ਦੀਪ ਸਿੰਘ ਵਿੱਚ ਦੋਵੇਂ ਗੁਣ ਨੇ, ਉਹ ਸੰਤ ਵੀ ਹੈ ਤੇ ਉਹ ਸਿਪਾਹੀ ਵੀ ਹੈ। ਸਿਪਾਹੀ ਵਾਲਾ ਕਰਮ ਕੀਤਾ ਸਿਰ ਲੱਥ ਗਏ ਹੈ, ਹੁਣ ਸੰਤ ਵਾਲਾ ਕਰਮ ਕੀਤਾ ਤੇ ਉਹ ਲੱਥਾ ਹੋਇਆ ਸਿਰ ਖੱਬੀ ਤਲੀ ਤੇ ਰੱਖਿਆ ਹੈ, ਸੱਜੇ ਹੱਥ ਵਿੱਚ 18 ਸ਼ੇਰ ਦਾ ਖੰਡਾ ਪਕੜਿਆ ਹੈ ਕਿ 6 ਮੀਲ ਤੱਕ ਸਿਰ ਲੱਥੇ ਤੋਂ ਬਾਬਾ ਦੀਪ ਸਿੰਘ ਲੜਦਾ ਗਿਆ, ਡਿੱਗਾ ਨਹੀਂ ਗਾ।
क्यों नहीं जड़ होया? क्योंकि कंठ मिलिया हर नाहु। वो परमेश्वर मिलिया है, वो परमेश्वर का रूप हो चुका है। ध्यान देना गुरु प्यार वालिओ, वो नहीं डिगा ते ना ही उन्हों का सिर बाद विच डिगा है। बाद विच बाबा दीप सिंह जी ने आप सिर जा करके सचखंड श्री हरमंदर साहिब दी परिक्रमा विच रखिया। ते वड्डे महापुरख संत बाबा गुरबचन सिंह जी खालसा भिंडरां वाले एक बचन सुनाया करते सन कि बाबा दीप सिंह जी ने सिर लत्थे तो 3 परिक्रमा भी कीतियां सन सरोवर दी। उन्हां दे वचन, क्योंकि वो उन्हां दी गद्दी दे वारस आ, उन्हां नूं सारा ज्ञान सी। उसे ही गद्दी दे वारस 14वें मुखी संत ग्यानी जरनैल सिंह जी खालसा भिंडरां वाले, वो बाबा दीप सिंह की जोत के वारस सन ते उही उन्होंने कारज किए। 14वीं थां सन बाबा दीप सिंह जी दे। सो गुरु प्यार वालिओ, इउं बाबा दीप सिंह जी का सिर लथण तो भी वो जड़ नहीं होए, उन्होंने जड़ता नहीं व्यापी। क्यों नहीं व्यापी? कंठ मिलिया हर ना हो, क्योंकि गले वाहिगुरू मिल पिया, भाव उहदे नाल अभेदता हो गई, एक रूप हो गए। पोख तुखार न व्यापई, कंठ मिलिया हर ना हो। तुखार तो भाव बर्फ, बर्फ तो भाव जड़ता, उन्होंने जड़ता नहीं व्यापती, वो जड़ नहीं होंदे जिन्होंने वाहिगुरू मिल पिया है, परमेश्वर मिल पिया है। साडे वर्गे तो कई बार हुंदा माड़ी जी सट लगे, चोट लगे, बंदा बेहोश हो जाता, पर धन वो गुरु के लाल, गुरु के सिख सिर लत्थे तो भी बेहोश नहीं हुए। अनेक मिसालां होर भी ने, भरिया पिया इतिहास, कोई गिणती मिनती नहीं। अपने नेड़े दे इतिहास ही, बाबा दीप सिंह भी अपने नेड़े दे आ, ते उन्हां दे नेड़े ही पूला पिंड है जिथों दे शहीद भाई तारू सिंह जी होए ने। उन्हां दा खोपर ला दिता है, फिर भी वो 21 दिन चौंकड़ा मार करके बैठे रहे, नहीं जड़ होए। आ जिहड़े अज मेरे वीर कह रहे हैं भी साइंस धर्म की व्याख्या करदा है, असल विच साइंस ने ही धर्म नूं समझिया है। धर्म है ही साइंस। उन्हां वीरां नूं मैं पुछदा है, साइंस कदे भी नहीं मनूगी कि मनुख दा खोपर लै जावे ते फिर वो 22 दिन बैठा रहे, कदे नहीं मनूगी। साइंस कदे नहीं मनेगी भी सिर लथ जावे ते वो तली ते रख के लड़ सके, साइंस नहीं मनेगी। किहड़ी व्याख्या करूगी साइंस? मैं तो कहांगा भी इदों वड्डी मूर्खता ही कोई नहीं जिहड़ा मनुख ये कहंदा ना कि साइंस ने धर्म की व्याख्या की। मैं कहना सब तो वड्डा मूर्ख है। साइंस धर्म की व्याख्या नहीं कर सकती, साइंस तो बहुत पिछे है। चलो मैं इस विषय वाल ना जावां। भाई तारू सिंह का खोपर लत्था 21 दिन चौंकड़ा मार के बैठे रहे। 22वें दिन भाई तारू सिंह ने शरीर त्यागया है। वो भी क्यों 22वें दिन त्यागया है? बचन कीता सी जकरिया खान दे नाल। जदों जकरिया खान ने आख्या सी ना कि जिन्ना केसां दा तू मान करदा, ये केस मैं जुत्तियां मार मार के झाड़ देने, क्योंकि उन्हें थोड़ा सत्कार करना सी। भाई तारू सिंह ने जदों केसां बारे ये बेअदबी भरे शब्द सुने ते भाई तारू सिंह ने आख्या, जकरिया खान ये केस मेरे गुरु दे ने, ये मेरे गुरु दी मोहर है। तू इन्हां केसां नूं जुत्तियां मारन दी गल करदा, मैं गुरु का सिख तेरे सामने ये वचन करदा है, इन्हां केसां नूं तां कोई जुत्तियां नहीं मार सकदा, पर मैं तैनूं अपनी जुत्ती अगे ला करके नरकां च सुट करके फिर सचखंड जाऊँगा। ध्यान देना। ते गुरु प्यार वालों इसे तरह होया, इतिहास पढ़ के वेख लो। 21 दिन जकरिया खान उदों बाद जिउंदा रहा, सिर्फ 21 दिन। ਉਹਨੂੰ पेशाब का बन पै गया, बड़ा इलाज करवाया, ਵੱਡੇ ਵੱਡੇ हकीम आए, वैद आए, पर सियाणे हकीमां ने आख्या ये रोग नहीं गा, ये जिहड़ा तू सिख दा खोपर लाया ना
ਉਹਦੇ ਕਰਕੇ ਹੋਇਆ ਹੀ। ਤੇ ਜੇ ਇਹਦਾ ਇਲਾਜ ਕਰ ਸਕਦਾ ਤੇ ਉਹੀ ਸਿੱਖ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਜਦੋਂ ਬੰਦਾ ਦੁਖੀ ਹੋਵੇ ਨਾ, ਉਦੋਂ ਬੰਦਾ ਹਰ ਗੱਲ ਮੰਨਣ ਨੂੰ ਤਿਆਰ ਹੋ ਜਾਂਦਾ ਹੈ। ਹੁਣ ਉਹਦੇ ਕੋਲ, ਜ਼ਕਰੀਆ ਖਾਨ ਦੇ ਕੋਲ ਰਹਿੰਦੇ ਸਨ ਦੋ ਸਿੱਖ, ਨੌਕਰੀ ਕਰਦੇ ਸਨ, ਭਾਈ ਸ਼ਬੇਗ ਸਿੰਘ ਤੇ ਭਾਈ ਸ਼ਾਬਾਸ਼ ਸਿੰਘ, ਪਿਓ ਪੁੱਤ। ਉਹਨਾਂ ਨੂੰ ਆਖਿਆ ਕਿ ਭਾਈ ਤੁਸੀਂ ਜਾਓ, ਜਾ ਕੇ ਖਾਲਸੇ ਤੋਂ ਮੇਰੀ ਅਰਦਾਸ ਕਰਵਾਓ। ਭਾਈ ਸ਼ਬੇਗ ਸਿੰਘ, ਭਾਈ ਸ਼ਾਬਾਸ਼ ਸਿੰਘ ਖਾਲਸੇ ਕੋਲ ਗਏ। ਖਾਲਸਾ ਉਦੋਂ ਜੰਗਲਾਂ ਦੇ ਵਿੱਚ ਰਹਿੰਦਾ ਸੀ। ਤੇ ਗੁਰੂ ਪਿਆਰ ਵਾਲਿਓ, ਜਾ ਕਰਕੇ ਜਦੋਂ ਦੱਸਿਆ ਹੈ ਕਿ ਜ਼ਕਰੀਆ ਖਾਨ ਨੇ ਇਉਂ ਭੇਜਿਆ ਹੈ, ਸੁਣਦਿਆਂ ਸਾਰ ਖਾਲਸੇ ਦੇ ਚਿਹਰੇ ਤੇ ਲਾਲੀਆਂ ਚੜ੍ਹਾਈਆਂ, ਅੱਖਾਂ 'ਚ ਖੂਨ ਉਤਰ ਆਇਆ ਹੈ। ਡੌਲੇ ਫੜ ਕੇ ਆਖਿਆ, ਇਸ ਪਾਪੀ ਦੀ ਅਰਦਾਸ ਜਿਨ੍ਹੇ ਇੱਕ ਬ੍ਰਹਮ ਗਿਆਨੀ ਸਿੱਖ ਦਾ ਖੋਪਰ ਲਾ ਦਿੱਤਾ, ਐਸਾ ਨਹੀਂ ਹੋ ਸਕਦਾ। ਭਾਈ ਸ਼ਬੇਗ ਸਿੰਘ ਨੇ ਆਖਿਆ, ਖਾਲਸਾ ਜੀ, ਇਹ ਖਾਲਸਾ ਹੈ, ਇੱਥੇ ਦੁਸ਼ਮਣ ਵੀ ਝੁਕ ਕੇ ਆ ਜਾਵੇ ਤੇ ਉਹਨੂੰ ਵੀ ਬਖਸ਼ ਦਿੱਤਾ ਜਾਂਦਾ ਹੈ। ਅੱਜ ਜ਼ਕਰੀਆ ਖਾਨ ਝੁਕਿਆ ਹੈ ਤੇ ਖਾਲੀ ਨਹੀਂ ਮੋੜਨਾ। ਇਹ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਹੈ ਕਿ ਦੁਸ਼ਮਣ ਵੀ ਝੁਕ ਜਾਵੇ ਤੇ ਉਹਦੀ ਵੀ ਅਰਦਾਸ ਹੁੰਦੀ ਹੈ। ਖਾਲਸੇ ਨੇ ਗੁਰਮਤਾ ਕੀਤਾ, ਅਰਦਾਸ ਕੀਤੀ ਤੇ ਗੁਰਮਤਾ ਇਹ ਕੀਤਾ ਕਿ ਭਾਈ ਸ਼ਬੇਗ ਸਿੰਘ ਜੀ, ਖਾਲਸੇ ਦਾ ਇਹ ਹੁਕਮ ਹੈ ਕਿ ਭਾਈ ਤਾਰੂ ਸਿੰਘ ਦਾ ਜੋੜਾ ਲਿਜਾਇਆ ਜਾਵੇ। ਉਹ ਜ਼ਕਰੀਆ ਖਾਨ ਦੇ ਸਿਰ ਵਿੱਚ ਵੱਜੇਗਾ ਤੇ ਤਾਂ ਉਹਨੂੰ ਪਿਸ਼ਾਬ ਆਵੇਗਾ, ਨਹੀਂ ਤੇ ਨਹੀਂ ਆਵੇਗਾ। ਉਹ ਖਾਲਸਾ ਕਿੰਨਾ ਮਹਾਨ ਹੋਵੇਗਾ, ਕਿਹੋ ਜਿਹੇ ਸਿੰਘ ਹੋਣਗੇ ਜਿਨ੍ਹਾਂ ਦੇ ਗੁਰੂ ਪਿਆਰ ਵਾਲਿਓ ਬਚਨਾਂ ਵਿੱਚ ਇੰਨੀ ਤਾਕਤ ਹੈ ਕਿ ਭਾਈ ਸ਼ਬੇਗ ਸਿੰਘ ਜਦੋਂ ਵਾਪਸ ਗਏ, ਭਾਈ ਤਾਰੂ ਸਿੰਘ ਦਾ ਜੋੜਾ ਲਿਆ, ਬਸਤਰ ਵਿੱਚ ਲਪੇਟ ਕਰਕੇ ਖੜਿਆ, ਜਾ ਕੇ ਉਸੇ ਤਰ੍ਹਾਂ ਦੱਸਿਆ ਕਿ ਖਾਲਸੇ ਦਾ ਆਹ ਹੁਕਮ ਹੈ। ਤੇ ਜਦੋਂ ਪੁੱਛਿਆ ਜ਼ਕਰੀਆ ਖਾਨ ਨੂੰ ਕਿ ਆਹ ਹੁਕਮ ਹੈ, ਕਹਿਣ ਲੱਗਾ, ਛੇਤੀ ਕਰੋ, ਤੁਸੀਂ ਮੇਰੇ ਸਿਰ ਵਿੱਚ ਮਾਰੋ। ਝਾਟੀ ਆਪਣੀ ਪੱਗ ਲਾ ਕੇ ਪਾਸੇ ਰੱਖ ਦਿੱਤੀ। ਦੋ ਕੁ ਛਿੱਤਰ ਮਾਰੇ ਤੇ ਤੁਬਕਾ ਤੁਬਕਾ ਪਿਸ਼ਾਬ ਆਇਆ ਹੈ। ਖਾਲਸੇ ਦਾ ਬਚਨ ਧਿਆਨ ਦੇਣਾ। ਹੁਣ ਸਾਰੀ ਦਿਹਾੜੀ ਸਿਰ ਵਿੱਚ ਜੋੜਾ ਵੱਜਦਾ ਰਹਿੰਦਾ ਹੈ। ਆਖਰਕਾਰ ਆਪ ਹੀ ਜੋੜਾ ਫੜ ਕਰਕੇ ਭਾਈ ਸਾਹਿਬ ਦਾ ਆਪਣੇ ਸਿਰ ਵਿੱਚ ਮਾਰਦਾ ਹੈ। 21ਵੇਂ ਦਿਨ ਜ਼ਕਰੀਆ ਖਾਨ ਦੀ ਇਸ ਤਰ੍ਹਾਂ ਮੌਤ ਹੋ ਜਾਂਦੀ ਹੈ ਤੇ 22ਵੇਂ ਦਿਨ ਗੁਰੂ ਕਾ ਸਿੱਖ ਬ੍ਰਹਮ ਗਿਆਨੀ ਭਾਈ ਤਾਰੂ ਸਿੰਘ ਸ਼ਹੀਦੀ ਪਾਉਂਦਾ ਹੈ, ਸਰੀਰ ਤਿਆਗਦਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋ ਗੁਰੂ ਪਿਆਰ ਵਾਲਿਓ, ਖੋਪਰ ਲੱਤਾ ਤੇ 22 ਦਿਨ ਰਹਿਣਾ, ਸਰੀਰ ਜੜਨਾ ਹੋਣਾ, ਇਹ ਕੀ ਹੈ? ਇਸੇ ਪੰਕਤੀ ਦੀ ਵਿਆਖਿਆ ਹੈ ਕਿ ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਉ। ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਮਿਲ ਪਿਆ ਹੈ, ਜਿਨ੍ਹਾਂ ਨੂੰ ਵਾਹਿਗੁਰੂ ਨੇ ਗਲੇ ਨਾਲ ਲਾ ਲਿਆ ਹੈ, ਕਹਿੰਦੇ ਨੇ ਉਹਨਾਂ ਨੂੰ ਜੜਤਾ ਰੂਪੀ ਬਰਫ਼ ਨਹੀਂ ਵਿਆਪਦੀ, ਉਹਨਾਂ ਨੂੰ ਕੋਈ ਡੁਲਾ ਨਹੀਂ ਸਕਦਾ। ਜੇ ਪ੍ਰਤੱਖ ਬਰਫ਼ ਦੀ ਗੱਲ ਕਰੀਏ, ਚਲੋ ਮੈਂ ਇੱਕ ਘਟਨਾ ਕਹਿ ਕੇ ਅੱਗੇ ਚੱਲਾਂ। ਕਲਗੀਧਰ ਪਾਤਸ਼ਾਹ ਬਾਦਸ਼ਾਹ ਦਰਵੇਸ਼ ਸਤਿਗੁਰੂ ਸਰਬੰਸ ਦਾਨੀ ਪਿਤਾ, ਜਿੰਨੇ ਮਰਜ਼ੀ ਆਪਾਂ ਉਹਨਾਂ ਦੇ ਨਾਲ ਵਿਸ਼ੇਸ਼ਣ ਲਾ ਲਈਏ, ਸ਼ੋਭਾ ਦੇ ਮੁੱਕ ਜਾਣਗੇ, ਪਰ ਸਤਿਗੁਰਾਂ ਦੀ ਵਡਿਆਈ ਨਹੀਂ ਮੁੱਕੇਗੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਅੱਗੇ 25 ਤਰੀਕ ਨੂੰ ਆ ਰਿਹਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਸੀਂ ਪੂਰਬਲਾ ਜਨਮ ਪੜ੍ਹਦੇ ਹਾਂ, ਮੈਂ ਦੋ ਪ੍ਰਮਾਣ ਦੇਣੇ ਨੇ। ਤਾਂ ਉਹਨਾਂ ਨੇ ਆਪਣੇ ਪੂਰਬਲੇ ਜਨਮ ਦੀ ਕਥਾ ਆਪ ਲਿਖੀ ਹੈ ਤੇ ਦੂਜੇ ਜਨਮ ਦੀ ਵੀ ਕਥਾ ਆਪ ਲਿਖੀ ਹੈ। ਇੱਕੋ ਇੱਕ ਦੁਨੀਆ ਦੇ ਪਹਿਲੇ ਰਹਿਬਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਆਪਣੀ ਕਥਾ ਆਪ ਲਿਖੀ ਹੈ, ਹੋਰ ਕੋਈ ਨਹੀਂ।
ਤੇ ਗੁਰੂ ਪਿਆਰ ਵਾਲਿਓ, ਉਹਨਾਂ ਨੇ ਪਹਿਲੇ ਜਨਮ ਦਾ ਜ਼ਿਕਰ ਕੀਤਾ ਤੇ ਬਚਨ ਕੀਤਾ, ਹੇਮਕੁੰਟ ਪਰਬਤ ਹੈ ਜਹਾਂ, ਸਬਤ ਸਰਿੰਗ ਸੋਭਤ ਹੈ ਤਹਾਂ, ਸਬਤ ਸਰਿੰਗ ਤੇ ਨਾਮ ਕਹਾਵਾ, ਪਾਂਡ ਰਾਜ ਜਹ ਜੋਗ ਕਮਾਵਾ, ਤਹ ਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ, ਇਹ ਬਿਦ ਕਰਤ ਤਪੱਸਿਆ ਭਇਓ, ਦੁਐ ਤੇ ਏਕ ਰੂਪ ਹੋਏ ਗਇਓ। ਵਿਸਥਾਰ ਨਾਲ ਤੇ ਆਪਾਂ ਪ੍ਰਕਾਸ਼ ਪੁਰਬ ਤੇ ਸਰਵਣ ਕਰਾਂਗੇ। ਮੇਰਾ ਕਹਿਣ ਤੋਂ ਭਾਵ ਇੰਨਾ ਹੈ ਕਿ ਉਹਨਾਂ ਨੂੰ ਬਰਫ਼ ਨਹੀਂ ਕੁਝ ਕਰ ਸਕਦੀ ਜਿਹੜੇ ਪਰਮੇਸ਼ਰ ਨਾਲ ਮਿਲੇ ਹੋਏ। ਸਿਰਫ ਇਸ ਪੰਕਤੀ ਦੀ ਵਿਆਖਿਆ ਨਾਲ ਸੰਬੰਧ ਹੈ। ਹੇਮ ਦਾ ਅਰਥ ਹੈ ਬਰਫ਼ ਤੇ ਕੁੰਡ ਦਾ ਅਰਥ ਹੈ ਖਜ਼ਾਨਾ, ਕੁੰਡ। ਹੇਮ ਦਾ ਕੁੰਡ, ਬਰਫ਼ ਦਾ ਕੁੰਡ, ਬਰਫ਼ ਦਾ ਖਜ਼ਾਨਾ ਹੈ ਪਰਬਤ, ਜਿਹਨੂੰ ਆਪਾਂ ਹੇਮਕੁੰਟ ਕਹਿੰਦੇ ਹਾਂ। ਵਿਦਵਾਨਾਂ ਦੀ ਲਿਖਤ ਮੁਤਾਬਕ ਜਿੱਥੇ 9 ਮਹੀਨੇ ਬਰਫ਼ ਪੈਂਦੀ ਹੈ, 9 ਮਹੀਨੇ ਲਗਾਤਾਰ ਬਰਫ਼ ਪੈਂਦੀ ਹੈ, ਤੇ 3 ਮਹੀਨੇ ਉਹੀ ਬਰਫ਼ ਜਿਹੜੀ ਹੈ ਢਲਦੀ ਰਹਿੰਦੀ ਹੈ, ਖੁਰਦੀ ਰਹਿੰਦੀ, ਮੁੱਕਦੀ ਨਹੀਂ, ਠੰਡ ਫਿਰ ਵੀ ਉਸੇ ਤਰ੍ਹਾਂ ਰਹਿੰਦੀ ਹੈ। ਉਸ ਥਾਂ ਤੇ ਜਿੱਥੇ 7 ਚੋਟੀਆਂ ਅੱਜ ਸ਼ੋਭਾ ਪਾ ਰਹੀਆਂ, 7 ਚੋਟੀਆਂ ਦੇ ਹੋਣ ਕਰਕੇ ਉਹਨੂੰ ਸਬਤ ਸਰਿੰਗ ਵੀ ਕਹਿੰਦੇ ਨੇ, ਤੇ ਉਹਨਾਂ 7 ਚੋਟੀਆਂ ਤੇ ਖਾਲਸੇ ਦੇ ਨਿਸ਼ਾਨ ਝੂਲਦੇ ਨੇ। ਇਹ ਧਿਆਨ ਦੇਣ। ਤੁਹਾਡੇ ਵਿੱਚੋਂ ਹੋ ਸਕਦਾ ਹੈ ਕਿਸੇ ਨੇ ਦਰਸ਼ਨ ਕੀਤੇ ਹੋਣ। ਦਾਸ ਨੇ 2010 ਵਿੱਚ ਦਰਸ਼ਨ ਕੀਤੇ ਸੀ, ਮੈਨੂੰ ਯਾਦ ਅੱਜ ਤੱਕ। ਬੜਾ ਆਨੰਦ ਸੀ ਉੱਥੇ, ਥੱਲੇ ਆਉਣ ਨੂੰ ਚਿੱਤ ਨਹੀਂ ਸੀ ਕਰਦਾ। ਬੜਾ ਆਨੰਦ ਹੈ, ਟਿਕਾ ਬੜਾ, ਰਸ ਬੜਾ। ਕਿਉਂਕਿ ਜਿੱਥੇ ਤਪ ਕੀਤਾ ਹੋਵੇ ਨਾ, ਉਸ ਧਰਤੀ ਦਾ ਫਰਕ ਤੇ ਪੈਂਦਾ ਹੀ ਹੈ, ਸੁਰਤ ਜੁੜਦੀ ਹੈ। ਤੁਸੀਂ ਕਿਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਓ ਨਾ, ਉੱਥੇ ਵੀ ਵੇਖੋ ਸੁਰਤ ਕਿੰਨੀ ਜੁੜਦੀ। ਧਰਤੀ ਦਾ ਫਰਕ ਪੈਂਦਾ ਹੈ। ਆਪਾਂ ਇੱਥੇ ਬਾਣੀ ਪੜ੍ਹੀਏ, ਇੱਥੇ ਫਰਕ ਪਊਗਾ। ਘਰੇ ਪੜ੍ਹੋਗੇ ਚਿੱਤ ਨਹੀਂ ਲੱਗੂਗਾ, ਇੱਥੇ ਆ ਕੇ ਪੜ੍ਹੋਗੇ ਬੜੀ ਛੇਤੀ ਚਿੱਤ ਲੱਗੂਗਾ। ਫਰਕ ਪੈਂਦਾ ਇਸ ਚੀਜ਼ ਦਾ, ਜਿੱਥੇ ਬੰਦਗੀ ਹੋਈ ਹੋਵੇ। ਸੋ ਗੁਰੂ ਪਿਆਰ ਵਾਲਿਓ, ਪਾਤਸ਼ਾਹ ਕਹਿੰਦੇ ਜਿਹੜਾ ਹੇਮ ਦਾ ਬਰਫ਼ ਦਾ ਖਜ਼ਾਨਾ ਸੀ, ਸਬਤ ਸਰਿੰਗ ਤੇ ਨਾਮ ਕਹਾਵਾ, ਪਾਂਡ ਰਾਜ ਜਹ ਜੋਗ ਕਮਾਵਾ, ਜਿੱਥੇ ਪਾਂਡਿਆਂ ਦੇ ਰਾਜੇ, ਪਾਂਡਵਾਂ ਦੇ ਵੱਡੇ ਰਾਜੇ ਪੰਡੂ ਨੇ, ਜਿੱਥੋਂ ਪਾਂਡਵ ਨਾਂ ਪਿਆ ਹੈ। ਪੰਡੂ ਰਾਜੇ ਨੇ ਜਿੱਥੇ ਯੋਗ ਸਾਧਨਾ ਕੀਤੀ, ਪਰ ਉਹ ਬਰਫ਼ ਵਿੱਚ ਗਲ ਗਿਆ, ਬਚਿਆ ਨਹੀਂ। ਉਹ ਇਤਿਹਾਸਕਾਰ ਲਿਖਦੇ ਨੇ। ਪਰ ਮਹਾਰਾਜ ਕਹਿੰਦੇ, ਤਹਿ ਹਮ ਅਦਕ ਤਪੱਸਿਆ ਸਾਧੀ, ਤਿੱਥੇ ਅਸੀਂ ਬਹੁਤ ਭਾਰੀ ਤਪ ਕੀਤਾ। ਮਹਾਕਾਲ ਕਾਲ ਕਾ ਅਰਾਧੀ, ਉਹ ਜੋ ਮਹਾਕਾਲ ਵਾਹਿਗੁਰੂ ਹੈ, ਕਾਲ ਦਾ ਵੀ ਕਾਲ ਕਰਨ ਵਾਲਾ, ਉਸ ਦੇ ਅਰਾਧੀ ਬਣ ਕਰਕੇ ਅਸੀਂ ਅਰਾਧਨਾ ਕੀਤੀ ਹੈ। ਇਹ ਬਿਦ ਕਰਤ ਤਪੱਸਿਆ ਭਇਓ, ਦੁਐ ਤੇ ਏਕ ਰੂਪ ਹੋਇਆ ਗਇਓ। ਤਪ ਕਰਦਿਆਂ ਕਰਦਿਆਂ ਇਉਂ ਹੋ ਗਏ, 2 ਤੋਂ ਅਸੀਂ 1 ਰੂਪ ਬਣ ਗਏ। ਇੱਕ ਪਰਮੇਸ਼ਰ ਸੀ, ਇੱਕ ਅਸੀਂ ਸਾਂ, 2 ਰੂਪ ਸੀ। ਤਪ ਕਰਦਿਆਂ ਕਰਦਿਆਂ ਇੱਕ ਦਾ ਹੀ ਰੂਪ ਹੋ ਗਏ। ਤੇ ਸਤਿਗੁਰਾਂ ਦਾ ਬਰਫ਼ ਕੁਝ ਨਹੀਂ ਵਿਗਾੜ ਸਕੀ, ਕਿਉਂਕਿ ਉਹਨਾਂ ਨੂੰ ਪ੍ਰਤੱਖ ਬਰਫ਼ ਵੀ ਕੁਝ ਨਹੀਂ ਕਹਿ ਸਕਦੀ। ਕੰਠ ਮਿਲਿਆ ਹਰ ਨਾਹੂ, ਜਿਨ੍ਹਾਂ ਨੂੰ ਵਾਹਿਗੁਰੂ ਮਿਲ ਪਿਆ ਹੈ, ਪਰਮੇਸ਼ਰ ਮਿਲ ਪਿਆ ਹੈ। ਪੋਖ ਤੁਖਾਰ ਨਾ ਵਿਆਪਾਈ, ਕੰਠ ਮਿਲਿਆ ਹਰ ਨਾਹੋ। ਪੋਹ ਦੇ ਮਹੀਨੇ ਦੁਆਰਾ ਸਤਿਗੁਰੂ ਕਿਰਪਾ ਕਰਦੇ ਨੇ ਵੀ ਉਹਨਾਂ ਨੂੰ ਪ੍ਰਤੱਖ ਬਰਫ਼, ਪ੍ਰਤੱਖ ਪਾਲਾ ਕੁਝ ਨਹੀਂ ਕਹਿ ਸਕਦਾ। ਉਹਨਾਂ ਨੂੰ ਜੜਤਾ ਰੂਪੀ ਬਰਫ਼ ਜਿਹੜੀ ਕਦੇ ਵਿਆਪਦੀ ਨਹੀਂ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਦੇ ਗਲੇ ਆ ਮਿਲਿਆ ਹੈ, ਭਾਵ ਜਿਨ੍ਹਾਂ ਨੂੰ ਗਲੇ ਨਾਲ ਲਾ ਲਿਆ। ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹੂ। ਮਨ ਜਿਹੜਾ ਹੈ, ਬੇਦਿਆ ਦਾ ਅਰਥ ਵਿੰਨਿਆ ਗਿਆ। ਚਰਨਾਰ ਬਿੰਦ ਦਾ ਅਰਥ ਹੁੰਦਾ ਚਰਨਾ ਅਰ ਬਿੰਦ, ਐੜੇ ਦੀ ਆਵਾਜ਼ ਆਪਣੇ ਆਪ ਆਉਂਦੀ ਹੈ। ਤੇ ਅਰਬਿੰਦ ਦਾ ਅਰਥ ਹੁੰਦਾ ਕਮਲ। ਕਮਲ ਦਾ ਫੁੱਲ ਵੇਖਿਆ ਹੋਵੇਗਾ ਤੁਸੀਂ, ਬੜਾ ਸੋਹਣਾ ਹੁੰਦਾ। ਤੇ ਗੁਰਬਾਣੀ ਦੇ ਵਿੱਚ ਪਰਮੇਸ਼ਰ ਦੇ ਚਰਨਾਂ ਦੀ ਗੱਲ ਆਈ ਜਾਂ ਸਤਿਗੁਰਾਂ ਦੇ ਚਰਨਾਂ ਦੀ ਗੱਲ ਆਈ, ਉੱਥੇ ਚਰਨ ਕਮਲ ਸ਼ਬਦ ਵੀ ਆਇਆ ਹੈ।
ਜਦੋਂ ਅਸੀਂ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਗੱਲ ਪੜ੍ਹਦੇ ਹਾਂ ਤੇ ਇਹ ਜ਼ਿਕਰ ਮਿਲਦਾ ਹੈ ਆਰਤੀ ਵਿੱਚ ਜਾਂ ਕੀਰਤਨ ਸੋਹਿਲੇ ਵਿੱਚ, ਹਰ ਚਾਰਣ ਕਮਲ ਮਕਰੰਦ ਲੋਭਤ ਮਨੋ, ਅਨਦਿਨ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇਹਿ ਨਾਨਕ ਸਾਰਿੰਗ ਕਉ, ਹੋਏ ਜਾਤੇ ਤੇਰਾ ਨਾਮ ਵਾਸਾ। ਆਰਤੀ ਵਿੱਚ ਇਹ ਸ਼ਬਦ ਆਉਂਦਾ ਹੈ, ਕੀਰਤਨ ਸੋਹਿਲੇ ਵਿੱਚ ਥੋੜ੍ਹਾ ਜਿਹਾ ਅੰਤਰ ਹੈ। ਸੋ ਉੱਥੇ ਵਾਹਿਗੁਰੂ ਦੇ ਚਰਨਾਂ ਨੂੰ ਕਮਲਾਂ ਵਾਂਗ ਕਿਹਾ ਹੈ। ਕਮਲ ਵਾਂਗ ਜਿਹੜੇ ਵਾਹਿਗੁਰੂ ਦੇ ਚਰਨ ਸੋਹਣੇ ਨੇ। ਇੱਥੇ ਅਰਥ ਭਾਵ ਕੀ ਹੈ? ਮਨ ਵਿਦਿਆ ਚਰਨਾਰ ਬਿੰਦ, ਵੀ ਵਾਹਿਗੁਰੂ ਦੇ ਜਿਹੜੇ ਚਰਨ ਕਮਲ ਵਾਂਗ ਸੋਹਣੇ ਨੇ, ਉਹਨਾਂ ਚਰਨਾਂ ਦੇ ਨਾਲ ਮੇਰਾ ਮਨ ਜਿਹੜਾ ਉਹ ਜੁੜ ਗਿਆ, ਵਿੰਨਿਆ ਗਿਆ। ਦਰਸ਼ਨ ਲੱਗੜਾ ਸਾਹੋ, ਸਾਹੋ ਦਾ ਅਰਥ ਹੈ ਪਾਤਸ਼ਾਹ। ਉਹ ਜੋ ਪਾਤਸ਼ਾਹ ਵਾਹਿਗੁਰੂ ਹੈ, ਉਹਦਾ ਦਰਸ਼ਨ ਜਿਹੜਾ ਹੈ ਉਹ ਮਨ ਨੂੰ ਚੰਗਾ ਲੱਗਾ ਹੈ, ਉਹਦੇ ਦਰਸ਼ਨਾਂ ਦੀ ਤਰਫ ਪੈਦਾ ਹੋਈ ਲੱਗੜਾ, ਪ੍ਰੀਤੀ ਲੱਗੀ ਉਹਦੇ ਦਰਸ਼ਨਾਂ ਦੇ ਨਾਲ। ਦਰਸ ਤੇਰੇ ਕੀ ਪਿਆਸ ਮਨ ਲਾਗੀ, ਸਹਿਜ ਆਨੰਦ ਬਸੈ ਬੈਰਾਗੀ। ਦਰਸ਼ਨਾਂ ਦੀ ਪਿਆਸ ਲੱਗੀ ਹੈ, ਤੇ ਜਦੋਂ ਪਿਆਸ ਲੱਗਦੀ ਹੈ ਤੇ ਫਿਰ ਪ੍ਰਾਪਤ ਵੀ ਹੁੰਦੇ ਨੇ। ਮਨ ਜਦੋਂ ਵਿੰਨਿਆ ਜਾਂਦਾ ਨਾ ਗੁਰੂ ਦੇ ਚਰਨਾਂ ਦੇ ਨਾਲ, ਚਲੋ ਇੱਕ ਅੱਧੀ ਘਟਨਾ ਆਪਾਂ ਇਤਿਹਾਸ ਦੀ ਲਵਾਂਗੇ, ਪਤਾ ਤੇ ਲੱਗੇ ਮਨ ਕਿਵੇਂ ਵਿੰਨਿਆ ਜਾਂਦਾ ਹੈ। ਵੈਸੇ ਤੇ ਪ੍ਰਮਾਣ ਤੇ ਅਨੇਕਾਂ ਨੇ। ਸਤਵੇਂ ਪਾਤਸ਼ਾਹ ਦੇ ਜੀਵਨ ਵਿੱਚੋਂ ਭਾਈ ਗੋਂਦੇ ਦਾ ਪ੍ਰਮਾਣ ਮਿਲਦਾ ਹੈ ਕਿ ਜਿਨ੍ਹਾਂ ਦਾ ਮਨ ਗੁਰੂ ਨਾਲ, ਗੁਰੂ ਦੇ ਚਰਨਾਂ ਨਾਲ ਵਿੰਨਿਆ ਗਿਆ ਸੀ। ਨੌਵੇਂ ਪਾਤਸ਼ਾਹ ਦੇ ਜੀਵਨ ਵਿੱਚੋਂ ਕਈ ਪ੍ਰਮਾਣ ਮਿਲਦੇ ਨੇ ਜਿਨ੍ਹਾਂ ਗੁਰਸਿੱਖਾਂ ਦਾ ਮਨ ਗੁਰੂ ਦੇ ਚਰਨਾਂ ਨਾਲ ਵਿੰਨਿਆ ਗਿਆ। ਹੋਰ ਵੀ ਕਈ ਪ੍ਰਮਾਣ ਦਸਵੇਂ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਮਿਲਦੇ ਨੇ। ਦਸਵੇਂ ਪਾਤਸ਼ਾਹ ਦੇ ਜੀਵਨ ਵਿੱਚੋਂ ਅਸੀਂ ਇੱਕ ਪ੍ਰਸੰਗ ਪੜ੍ਹਦੇ ਹਾਂ, ਦੇਵੀ ਦਾਸ, ਜੋ ਇੱਕ ਭੀਮ ਚੰਦ ਦਾ ਸੂਈਆ ਸੀ, ਜਿਹਨੂੰ ਆਪਾਂ ਅੱਜ ਕੱਲ੍ਹ ਕਹਿੰਦੇ CID ਵਾਲਾ। ਪੁਰਾਣੇ ਸਮੇਂ ਵਿੱਚ ਸੂਈਆ ਸ਼ਬਦ ਵਰਤਿਆ ਜਾਂਦਾ ਸੀ। ਤੇ ਭੀਮ ਚੰਦ ਜੋ ਪਹਾੜੀ ਰਾਜਾ ਸੀ, ਉਹਦਾ ਸੂਈਆ ਇਹ ਗੁਰੂ ਕੇ ਦਰਬਾਰ ਵਿੱਚ ਰਹਿੰਦਾ ਸੀ, ਗੁਰੂ ਘਰ ਵਿੱਚ। ਇਹਨੂੰ ਭੇਜਿਆ ਸੀ ਭੀਮ ਚੰਦ ਨੇ ਕਿ ਵੇਖ ਗੁਰੂ ਸਾਹਿਬ ਜੀ ਦੇ ਘਰ ਵਿੱਚ ਕਿੰਨਾ ਕੁ ਅਸਲਾ ਹੈ, ਕਿੰਨੀ ਕੁ ਫੌਜ ਹੈ। ਕਿਉਂਕਿ ਜਦੋਂ ਜੰਗ ਕਰਨਾ ਹੋਵੇ ਇਹਨਾਂ ਚੀਜ਼ਾਂ ਦੀ ਲੋੜ ਹੁੰਦੀ, ਇਹ ਚੀਜ਼ਾਂ ਵੇਖਣੀਆਂ ਪੈਂਦੀਆਂ, ਪਹਿਲਾਂ ਧਿਆਨ ਵਿੱਚ ਲਿਆਉਣੀਆਂ ਪੈਂਦੀਆਂ। ਤੇ ਸੂਈਏ ਦਾ ਕਰਮ ਹੁੰਦਾ, CID ਵਾਲੇ ਦਾ ਕਰਮ ਹੁੰਦਾ ਸੱਚ ਸੱਚ ਆ ਕੇ ਦੱਸਣਾ ਜੋ ਕੁਝ ਵੀ ਹੈ। ਜਦੋਂ ਸੂਈਆ ਸੂਹ ਲੈਣ ਵਾਸਤੇ ਗਿਆ, ਹੁਣ ਮਹਾਰਾਜ ਤੇ ਜਾਣੀ ਜਾਣ ਨੇ, ਪਰ ਪਾਤਸ਼ਾਹ ਨੇ ਕਿਹਾ ਕੁਝ ਨਹੀਂ, ਵੀ ਇਹਨੂੰ ਵੇਖ ਲੈਣ ਦੇ ਜੋ ਕੁਝ ਵੇਖਣਾ ਹੈ। ਦੇਵੀ ਦਾਸ ਸਤਿਗੁਰਾਂ ਦੇ ਦਰਬਾਰ ਵਿੱਚ ਆਉਂਦਾ ਹੈ, ਮੱਥਾ ਟੇਕਦਾ। ਮੱਥਾ ਤੇ ਉਹਨੇ ਟੇਕਣਾ, ਭਾਵੇਂ ਮਨੋਂ ਨਹੀਂ ਟੇਕਦਾ, ਪਰ ਉਹਨੂੰ ਟੇਕਣਾ ਪੈਣਾ, ਵੀ ਜੇ ਨਹੀਂ ਟੇਕਦਾ ਤੇ ਸ਼ੱਕ ਹੋ ਜਾਊਗਾ। ਕਰਮ ਸਾਰੇ ਉਹਨੂੰ ਸਿੱਖਾਂ ਵਾਲੇ ਕਰਨੇ ਪੈਣੇ, ਭਾਵੇਂ ਉਹ ਸਿੱਖ ਨਹੀਂ ਸੀ। ਜਦੋਂ ਮੱਥਾ ਟੇਕਦਾ ਨਾ ਕਲਗੀਧਰ ਪਾਤਸ਼ਾਹ ਨੂੰ, ਤੇ ਸਤਿਗੁਰਾਂ ਦੇ ਸੀਸ ਉੱਪਰ ਝਾਤੀ ਮਾਰਦਾ ਤੇ ਉੱਪਰ ਚੰਦੋਆ ਸਾਹਿਬ ਲੱਗਾ ਹੈ। ਤੇ ਉਹ ਜਿਹੜਾ ਚੰਦੋਆ ਸਾਹਿਬ ਹੈ ਨਾ, ਉਹਦੀ 2.5 ਲੱਖ ਕੀਮਤ ਹੈ। ਉਦੋਂ ਵੇਖ ਕੇ ਹੈਰਾਨ ਹੋ ਜਾਂਦਾ, ਵੀ ਇਹੋ ਜਿਹਾ ਚੰਦੋਆ ਅਜੇ ਤੱਕ ਮੈਂ ਕਿਸੇ ਬਾਦਸ਼ਾਹ ਦੇ ਸਿਰ ਤੇ ਨਹੀਂ ਵੇਖਿਆ। ਕਈ ਇਲਾਕਿਆਂ ਵਿੱਚ ਚਾਨਣੀ ਸ਼ਬਦ ਵੀ ਵਰਤਿਆ ਜਾਂਦਾ, ਪੁਰਾਣੇ ਸਮੇਂ ਵਿੱਚ ਚਾਨਣੀ ਵਰਤਿਆ ਜਾਂਦਾ, ਬਾਦਸ਼ਾਹ ਚਾਨਣੀ ਕਹਿੰਦੇ ਆ, ਪਰ ਗੁਰੂ ਘਰ ਦੇ ਵਿੱਚ ਇਹ ਚੰਦੋਆ ਸ਼ਬਦ ਵਰਤਿਆ ਜਾਂਦਾ ਹੈ। 2.5 ਲੱਖ ਕੀਮਤ। ਤੁਸੀਂ ਆਖਣਾ 2.5 ਲੱਖ ਕਿੱਡੀ ਕੁ ਵੱਡੀ ਗੱਲ ਹੈ। ਅੱਜ 2.5 ਲੱਖ ਕੋਈ ਕਦਰ ਨਹੀਂ ਰੱਖਦਾ ਇੰਨੀ। ਅੱਜ 2.5 ਲੱਖ ਆਮ ਗੱਲ ਆ, ਲੋਕ ਜੇਬਾਂ 'ਚ ਪਾਈ ਫਿਰਦੇ। ਪਰ ਉਹ ਸਮਾਂ ਸੀ ਜਦੋਂ 2.5 ਲੱਖ ਦੀ ਬੜੀ ਕੀਮਤ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜੋ 20 ਰੁਪਈਆਂ ਦਾ ਸੱਚਾ ਸੌਦਾ ਕੀਤਾ ਨਾ, ਜੇ ਅੱਜ ਦੇ ਸਮੇਂ ਨਾਲ
ਉਹਦੀ ਤੁਲਨਾ ਕਰੀਏ ਤੇ ਇੱਕ ਵਿਦਵਾਨ ਨੇ ਲਿਖਿਆ ਹੈ ਕਿ ਅੱਜ ਦਾ 3 ਕਰੋੜ ਤੇ 21 ਲੱਖ ਰੁਪਈਆ ਬਣਦਾ ਹੈ। ਉਦੋਂ ਦੇ 20 ਰੁਪਈਏ ਤੇ ਅੱਜ ਦਾ 3 ਕਰੋੜ ਤੇ 21 ਲੱਖ ਤੇ 2.5 ਲੱਖ ਦਾ ਤੇ ਮੇਰੇ ਤੋਂ ਕੈਲਕੂਲੇਟ ਨਹੀਂ ਹੋਣਾ, ਉਹ ਤੁਸੀਂ ਆਪ ਵੇਖ ਲਓ ਕਿੰਨਾ ਬਣ ਜਾਊਗਾ, ਕਿੰਨੀ ਕੀਮਤ ਰੱਖਦਾ ਹੋਵੇਗਾ। ਜਦੋਂ ਪੈਸੇ ਦੀ ਕੀਮਤ ਹੁੰਦੀ ਸੀ, ਪੈਸੇ ਦਾ ਸਮਾਨ ਮਿਲਦਾ ਸੀ, ਇੱਕ ਇੱਕ ਪੈਸੇ ਦਾ ਆਨੇ ਆਨੇ ਦੀ ਕੀਮਤ ਹੁੰਦੀ ਸੀ। ਤੇ ਆਹ ਤੇ ਕੱਲ੍ਹ ਦੀਆਂ ਗੱਲਾਂ ਹੈ। ਮੇਰੇ ਦਾਦਾ ਜੀ ਵੀ ਮੈਨੂੰ ਦੱਸਦੇ ਹੁੰਦੇ ਸੀ ਕਿ ਜਦੋਂ ਅਸੀਂ ਹੁੰਦੇ ਸਾਂ ਛੋਟੇ ਛੋਟੇ ਮੇਲੇ ਜਾਣਾ ਤੇ ਆਹ ਚਵਾਨੀ ਮਿਲ ਜਾਣੀ। ਚਵਾਨੀ ਹੁਣ ਤਾਂ ਚਵਾਨੀ ਦਿਸਦੀ ਨਹੀਂ, ਤੇ ਚਵਾਨੀ ਮਿਲ ਜਾਣੀ ਤੇ ਅਸੀਂ ਨੱਚਦੇ ਫਿਰਨਾ ਵੀ ਸਾਨੂੰ ਚਵਾਨੀ ਮਿਲ ਗਈ ਹੈ। ਇੰਨੀ ਕਦਰ ਸੀ ਉਦੋਂ ਪੈਸੇ ਦੀ। ਚਵਾਨੀ ਜਿਹਦੇ ਕੋਲੇ ਹੋਣੀ ਉਹਨੇ ਕਿਸੇ ਨਾਲ ਗੱਲ ਨਾ ਕਰਨੀ ਕਿ ਮੇਰੇ ਕੋਲੇ ਚਵਾਨੀ ਹੈ, ਤੇਰੇ ਕੋਲੇ ਕੀ ਹੈ। 21 ਦੁੱਕੀ ਦਸੀ ਇਹ ਚੱਲਦੇ ਹੁੰਦੇ ਸੀ ਪਹਿਲਾਂ, ਪੈਸੇ ਹੁੰਦੇ ਸੀ, ਹੁਣ ਤਾਂ ਲੱਭਦੇ ਨਹੀਂ। ਪਰ ਸਮੇਂ ਨਾਲ ਚੀਜ਼ਾਂ ਬਦਲ ਜਾਂਦੀਆਂ। 2.5 ਲੱਖ ਦੀ ਚਾਨਣੀ ਵੇਖੀ। ਮੇਰਾ ਸਿਰਫ ਕਹਿਣ ਤੋਂ ਭਾਵ ਵੀ ਇਹ ਗੱਲ ਸਮਝਾਉਣੀ ਸੀ ਵੀ ਉਹ 2.5 ਲੱਖ ਕਿੰਨਾ ਮਾਇਨੇ ਰੱਖਦਾ ਸੀ। ਚਾਨਣੀ ਤੱਕੀ ਤੇ ਹੈਰਾਨ ਹੋਇਆ ਜਦੋਂ ਸਤਿਗੁਰਾਂ ਦੇ ਚਰਨਾਂ ਵੱਲ ਧਿਆਨ ਮਾਰਿਆ ਤੇ ਜਿਹੜੀ ਚੌਂਕੀ ਦੇ ਉੱਪਰ ਮੇਰੇ ਪਾਤਸ਼ਾਹ ਨੇ ਸੱਜਾ ਚਰਨ ਰੱਖਿਆ ਹੈ ਉਹ ਸੋਨੇ ਨਾਲ ਮੜੀ ਹੋਈ, ਹੀਰਿਆਂ ਨਾਲ ਮੜੀ ਹੋਈ, ਉਹਦੀ ਕੀਮਤ 1.25 ਲੱਖ ਦੀ। ਹੈਰਾਨ। ਸਤਿਗੁਰਾਂ ਦੀ ਕਲਗੀ ਵੱਲ ਧਿਆਨ ਪਿਆ ਹੈ, ਧਿਆਨ ਨਹੀਂ ਟਿਕਦਾ, ਪ੍ਰਕਾਸ਼ ਇੰਨਾ ਹੈ। ਦੇਖਿਆ ਹੀਰਿਆਂ ਨਾਲ ਜੜੀ ਹੋਈ ਹੈ, ਹੈਰਾਨ ਹੋਇਆ। ਮੱਥਾ ਟੇਕ ਕੇ ਬਾਹਰ ਆ ਗਿਆ, ਸਿੰਘਾਂ ਵੱਲ ਤੱਕਦਾ ਹੈ। 6-6 ਫੁੱਟ ਲੰਮੇ ਸਿੱਖ ਤੇ ਗੁਰੂ ਪਿਆਰ ਵਾਲਿਓ, ਕਈਆਂ ਦੇ ਸਰੀਰ ਕਾਰੇ ਜੇ ਨੇ, ਸਰੀਰ ਭਾਰੇ ਨਹੀਂ ਗੇ, ਪਰ ਚਿਹਰੇ ਵੱਲ ਤੱਕਿਆ ਨਹੀਂ ਜਾਂਦਾ, ਇੰਨਾ ਨੂਰ ਹੈ। ਕੋਈ ਸ਼ਸਤਰ ਬਣਾ ਰਿਹਾ ਹੈ, ਕੋਈ ਸ਼ਸਤਰ ਸਾਫ਼ ਕਰ ਰਿਹਾ ਹੈ, ਤੇ ਬੋਲਦੇ ਨਹੀਂ ਆਪਸ ਵਿੱਚ, ਬਸ ਬਾਣੀ ਪੜ੍ਹਦੇ ਪਏ ਨੇ, ਸਿਮਰਨ ਕਰਦੇ ਪਏ ਨੇ। ਤੱਕਿਆ ਸਾਰਾ ਕੁਝ ਵਿਚਰ ਕਰਕੇ ਤੱਕਿਆ ਤੇ ਵਾਪਸ ਗਿਆ ਭੀਮ ਚੰਦ ਦੇ ਕੋਲ। ਹੁਣ ਖਬਰ ਤਾਂ ਦੇਣੀ ਸੀ, ਉਸੇ ਤਰ੍ਹਾਂ ਦੱਸਿਆ। ਕਹਿਣ ਲੱਗਾ, ਰਾਜਨ, ਜਿਹੋ ਜੀ ਸੋਭਾ, ਜਿਹੋ ਜੀ ਵਡਿਆਈ ਮੈਂ ਗੁਰੂ ਗੋਬਿੰਦ ਸਿੰਘ ਦੀ ਵੇਖ ਕੇ ਆਇਆ, ਅਜੇ ਤੱਕ ਇਹੋ ਜੀ ਕਿਸੇ ਰਾਜੇ ਦੀ ਨਹੀਂ ਹੋ ਸਕਦੀ। 2.5 ਲੱਖ ਦੀ ਚਾਨਣੀ ਉਹਨਾਂ ਦੇ ਸੀਸ ਉੱਪਰ ਹੈ, 1.25 ਲੱਖ ਦੀ ਚੌਂਕੀ ਉਹਨਾਂ ਦੇ ਸੱਜੇ ਚਰਨ ਥੱਲੇ ਹੈ, ਕਲਗੀ ਜਿਹੜੀ ਹੀਰਿਆਂ ਨਾਲ ਜੜੀ ਹੋਈ ਹੈ। ਉਹਨਾਂ ਦੇ ਸਿੱਖ ਜਿਹੜੇ ਸਿੰਘ ਨੇ ਉਹ ਵੀ ਬਾ ਕਮਾਲ ਨੇ। ਇੰਨਾ ਉਹਨਾਂ ਦੇ ਮੱਥੇ ਦਾ ਤੇਜ ਪ੍ਰਤਾਪ ਹੈ, ਉਹ ਇੱਕ ਸਿੰਘ ਤੇ ਤੁਹਾਡਾ 100 ਸਿਪਾਹੀ ਬਰਾਬਰੀ ਨਹੀਂ ਕਰ ਸਕਦਾ। ਮਹਾਰਾਜ ਨੇ ਤਾਂ 1.25 ਲੱਖ ਨਾਲ ਲੜਨ ਵਾਲਾ ਬਣਾਇਆ। ਉਹ ਜਿਵੇਂ ਕਹਿ ਰਿਹਾ ਮੈਂ ਐਵੇਂ ਦੱਸ ਰਿਹਾ ਤੁਹਾਨੂੰ। ਤੁਹਾਡਾ 100 ਬੰਦਾ ਤੇ ਗੁਰੂ ਗੋਬਿੰਦ ਸਿੰਘ ਦਾ ਇੱਕ ਸਿੰਘ ਟਿਕਣ ਨਹੀਂ ਦੇਵੇਗਾ। ਸਾਰਾ ਕੁਝ ਦੱਸਿਆ। ਕਹਿਣ ਲੱਗਾ, ਮੇਰੀ ਮੰਨੋ ਤੇ ਰਾਜਨ, ਤੁਸੀਂ ਜੰਗ ਛੱਡ ਦਿਓ, ਨਾ ਜੰਗ ਕਰੋ ਕਲਗੀਧਰ ਪਾਤਸ਼ਾਹ ਦੇ ਨਾਲ, ਤੁਹਾਡਾ ਨੁਕਸਾਨ ਬੜਾ ਹੋਵੇਗਾ। ਸੂਈਏ ਨੇ ਤਾਂ ਸਚਾਈ ਬਿਆਨ ਕੀਤੀ ਸੀ, ਪਰ ਭੀਮ ਚੰਦ ਹੰਕਾਰ ਦੇ ਨਸ਼ੇ ਵਿੱਚ ਕਹਿਣ ਲੱਗਾ ਹੈ, ਇਹ ਮੇਰੇ ਵੈਰੀ ਨਾਲ ਰਲ ਗਿਆ ਹੈ, ਇਹ ਮੇਰੇ ਵੈਰੀ ਦੀ ਸਿਫਤ ਕਰਦਾ ਪਿਆ ਹੈ। ਦੇਵੀਦਾਸ ਦੇ ਉਲਟ ਹੋ ਗਿਆ। ਹੁਕਮ ਕਰ ਦਿੱਤਾ ਜਲਾਦਾਂ ਨੂੰ ਕਿ ਇਹ ਵੈਰੀ ਨਾਲ ਰਲ ਚੁੱਕਾ ਹੈ, ਇਹ ਵੈਰੀ ਦੀ ਸਿਫਤ ਕਰਦਾ ਪਿਆ, ਮੈਨੂੰ ਡਰਾਉਂਦਾ ਪਿਆ ਹੈ, ਜਾਓ ਇਸ ਨੂੰ ਪਹਾੜ ਦੇ ਉੱਪਰ ਲੈ ਕੇ ਜਾਓ ਤੇ ਗਰਮ ਸਲਾਈਆਂ ਕਰਕੇ, ਸਰੀਏ ਕਰਕੇ ਇਹਦੀਆਂ ਅੱਖਾਂ ਵਿੱਚ ਫੇਰੋ ਤੇ ਇਹਨੂੰ ਪਹਾੜ ਤੋਂ ਰੇੜ ਕੇ ਮਾਰ ਦਿਓ। ਹੁਕਮ ਜਾਰੀ ਹੋ ਗਿਆ। ਇਕਾਗਰਤਾ ਬਣਾਇਓ। ਮੈਂ ਬਚਨ ਕਰ ਰਿਹਾ ਕਿ ਮਨ ਵਿਧਿਆ ਚਰਨਾਰ ਬਿਦ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਵਿੱਚ ਵਿੰਨਿਆ ਜਾਂਦਾ ਨਾ, ਗੁਰੂ ਉਹਨਾਂ ਦੀ ਕਿਵੇਂ ਰੱਖਿਆ ਕਰਦਾ ਹੈ। ਜਦੋਂ ਦੇਵੀਦਾਸ ਨੂੰ ਲੈ ਕਰਕੇ ਗਏ ਨਾ ਪਹਾੜ ਤੇ ਤੁਰੇ ਜਾ ਰਹੇ ਨੇ, ਪਕੜਿਆ ਹੋਇਆ ਤੇ ਅੱਖਾਂ ਬੰਦ ਕਰਕੇ ਅਰਦਾਸ ਕਰਦਾ ਜਾ ਰਿਹਾ, ਕਲਗੀਧਰ ਪਾਤਸ਼ਾਹ, ਸੱਚੇ ਪਾਤਸ਼ਾਹ, ਮੈਂ ਤੇ ਸੱਚਾਈ ਦੱਸੀ ਹੈ, ਮੈਂ ਕੋਈ ਝੂਠ ਨਹੀਂ ਬੋਲਿਆ, ਮੈਂ ਸੂਈਆ ਸਾਂ, ਮੈਂ ਖਬਰ ਲੈਣ ਆਇਆ ਸਾਂ,
ਅੱਗੇ ਇਹਨਾਂ ਦੀ ਨੌਕਰੀ ਕਰਦਾ ਸਾਂ, ਪਰ ਪਾਤਸ਼ਾਹ ਹੁਣ ਇਹਨਾਂ ਨੇ ਮੈਨੂੰ ਪਕੜਿਆ ਹੋਇਆ ਤੇ ਮੈਂ ਮਨ ਕਰਕੇ ਕਬੂਲ ਕਰਦਾ, ਮੈਂ ਅੱਜ ਤੋਂ ਬਾਅਦ ਤੁਹਾਡਾ ਸਿੱਖ ਹਾਂ। ਮੇਰੀ ਸਿੱਖੀ ਕਬੂਲ ਕਰੋ, ਇੱਥੋਂ ਹੀ ਮੈਨੂੰ ਆਪਣਾ ਸਿੱਖ ਕਬੂਲ ਕਰੋ, ਮੇਰੇ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ। ਹੁਣ ਮੇਰੀ ਰੱਖਿਆ ਕਰਨ ਵਾਲਾ ਕੋਈ ਨਹੀਂ, ਤੁਸੀਂ ਕਿਰਪਾ ਕਰੋ, ਤੁਸੀਂ ਮੇਰੀ ਸਹਾਇਤਾ ਕਰਨੀ ਹੈ। ਇਉਂ ਅਰਦਾਸ ਕਰਕੇ ਤੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਾਰ ਲਿਆ। ਮਨ ਜਿਹੜਾ ਸੀ ਗੁਰੂ ਦੇ ਚਰਨਾਂ ਵਿੱਚ ਵਿੰਨਿਆ ਗਿਆ। ਜਦੋਂ ਪਹਾੜ ਤੇ ਲੈ ਕੇ ਗਏ ਨਾ ਦੇਵੀ ਦਾਸ ਨੂੰ, ਤੇ ਦੇਵੀ ਦਾਸ ਨੇ ਅੱਖਾਂ ਬੰਦ ਕੀਤੀਆਂ ਤੇ ਅਡੋਲ, ਕੋਈ ਡਰ ਭੈ ਦਾ ਨਿਸ਼ਾਨ ਨਹੀਂ ਚਿਹਰੇ ਤੇ, ਕਿਉਂਕਿ ਜਦੋਂ ਮਨ ਗੁਰੂ ਦੇ ਚਰਨਾਂ 'ਚ ਵਿੰਨਿਆ ਹੋਇਆ। ਜਲਾਦਾਂ ਨੇ ਸਲਾਈਆਂ ਲਾਲ ਸੁਰਖ ਕੀਤੀਆਂ ਨੇ ਤੇ ਦੇਵੀ ਦਾਸ ਦੀਆਂ ਅੱਖਾਂ ਵਿੱਚ ਫੇਰੀਆਂ ਤੇ ਉਹਨੂੰ ਪਹਾੜ ਤੋਂ ਰੇੜ ਦਿੱਤਾ ਗਿਆ। ਜਦੋਂ ਰਿੜਦਾ ਹੋਇਆ ਥੱਲੇ ਗਿਆ ਨਾ, ਕੀ ਵੇਖਦਾ ਕਿ ਸਰੀਰ ਨੂੰ ਇੱਕ ਝਰੀਟ ਵੀ ਨਹੀਂ ਆਈ, ਫੁੱਲ ਵਾਂਗੂ ਰਿੜਦਾ ਗਿਆ। ਅੱਖਾਂ ਨੂੰ ਹੱਥ ਲਾ ਕੇ ਵੇਖਦਾ ਵੀ ਅੱਖਾਂ ਨੂੰ ਵੀ ਕੁਝ ਨਹੀਂ ਹੋਇਆ। ਬੜਾ ਹੈਰਾਨ ਹੋਇਆ, ਮੇਰੀਆਂ ਅੱਖਾਂ ਵਿੱਚ ਲਾਲ ਸੁਰਖ ਸਲਾਈਆਂ ਫੇਰੀਆਂ ਸੀ, ਕੁਝ ਵੀ ਨਹੀਂ ਹੋਇਆ। ਮੈਨੂੰ ਪਹਾੜ ਤੋਂ ਰੇੜ ਦਿੱਤਾ ਸੀ, ਕੁਝ ਵੀ ਨਹੀਂ ਹੋਇਆ। ਮਨ ਵਿੱਚ ਸ਼ਰਧਾ ਬਣੀ ਕਿ ਇਹ ਕਲਗੀਧਰ ਪਾਤਸ਼ਾਹ ਨੇ ਮੇਰੀ ਰੱਖਿਆ ਕੀਤੀ ਹੈ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਜਾ ਕਰਕੇ ਸਭ ਤੋਂ ਪਹਿਲਾਂ ਉਹਨਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ। ਇਧਰ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਵਾਨ ਵਿੱਚ ਸਿੰਘਾਸਣ ਤੇ ਬੈਠੇ, ਅਚਨਚੇਤ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਮਾਸ ਸੜਨ ਦੀ ਬਦਬੂ ਆਉਣ ਲੱਗ ਪਈ। ਸਾਰੇ ਹੈਰਾਨ ਹੋ ਗਏ ਵੀ ਇਹ ਕੀ ਬਣਿਆ। ਖੂਨ ਸਿਮ ਆਇਆ। ਉਸੇ ਵੇਲੇ ਮਾਤਾ ਗੁਜਰੀ ਜੀ ਨੇ ਹੁਕਮ ਭੇਜਿਆ, ਵੈਦ ਨੂੰ ਸੱਦਿਆ। ਵੈਦ ਨੇ ਆ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਪੱਟੀਆਂ ਕਰ ਦਿੱਤੀਆਂ ਨੇ। ਇੰਨੇ ਚਿਰ ਨੂੰ ਦੇਵੀ ਦਾਸ ਵੀ ਚੱਲਦਾ ਸਤਿਗੁਰਾਂ ਦੇ ਕੋਲ ਪਹੁੰਚ ਗਿਆ, ਜਾ ਕਰਕੇ ਮੱਥਾ ਟੇਕਿਆ ਤੇ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ, ਮਹਾਰਾਜ ਮੈਂ ਤਾਂ ਕੱਲ ਤੁਹਾਡੇ ਦਰਸ਼ਨ ਕਰਕੇ ਗਿਆ ਸੀ, ਇਹ ਕੀ ਕਾਰਨ ਤੁਹਾਡੇ ਚਰਨਾਂ ਤੇ ਪੱਟੀਆਂ ਕਿਉਂ? ਤੇ ਪਾਤਸ਼ਾਹ ਕਹਿਣ ਲੱਗੇ, ਆਪ ਹੀ ਪੱਟੀਆਂ ਕਰਵਾਉਣ ਵਾਲਾ ਤੇ ਆਪ ਹੀ ਸਾਨੂੰ ਪੁੱਛਦਾ ਪਿਆ ਵੀ ਪੱਟੀਆਂ ਕਿਉਂ। ਕਹਿਣ ਲੱਗਾ, ਮਹਾਰਾਜ ਮੈਂ ਕੌਣ ਤੁਹਾਡੇ ਪੱਟੀਆਂ ਕਰਵਾਉਣ ਵਾਲਾ? ਮਹਾਰਾਜ ਕਹਿਣ ਲੱਗੇ, ਦੇਵੀ ਦਾਸ ਸੱਚ ਦੱਸ, ਜਦੋਂ ਤੈਨੂੰ ਪਹਾੜ ਦੇ ਉੱਪਰ ਮਾਰਨ ਵਾਸਤੇ ਲੈ ਕੇ ਗਏ ਸੀ, ਤੇਰੀਆਂ ਅੱਖਾਂ ਦੇ ਵਿੱਚ ਗਰਮ ਸਲਾਈਆਂ ਫੇਰੀਆਂ ਸੀ, ਉਦੋਂ ਤੇਰਾ ਧਿਆਨ ਕਿੱਥੇ ਸੀ? ਕਹਿਣ ਲੱਗਾ, ਮਹਾਰਾਜ ਤੁਹਾਡੇ ਚਰਨਾਂ ਵਿੱਚ ਸੀ, ਐਨ ਖੁੱਭਿਆ ਹੋਇਆ ਸੀ। ਮਹਾਰਾਜ ਕਹਿਣ ਲੱਗੇ, ਫਿਰ ਉਹ ਸਲਾਈਆਂ ਤੇਰੀਆਂ ਅੱਖਾਂ 'ਚ ਫੇਰੀਆਂ? ਹਾਂ ਮਹਾਰਾਜ ਫੇਰੀਆਂ। ਮਹਾਰਾਜ ਕਹਿੰਦੇ, ਤੈਨੂੰ ਕੁਝ ਹੋਇਆ ਨਹੀਂ? ਕਹਿਣ ਲੱਗਾ, ਮਹਾਰਾਜ ਨਹੀਂ ਹੋਇਆ, ਸਲਾਈਆਂ ਫੇਰੀਆਂ ਨੇ ਪਰ ਮੇਰੀਆਂ ਅੱਖਾਂ ਸਹੀ ਸਲਾਮਤ ਨੇ, ਕੁਝ ਵੀ ਨਹੀਂ ਹੋਇਆ। ਮਹਾਰਾਜ ਕਹਿੰਦੇ, ਫਿਰ ਉਹ ਸਲਾਈਆਂ ਕਿੱਥੇ ਗਈਆਂ? ਜਿਹੜੀਆਂ ਅੱਖਾਂ ਵਿੱਚ ਸਾਡਾ ਧਿਆਨ ਧਾਰਿਆ ਸੀ ਨਾ, ਉਹ ਸਲਾਈਆਂ ਸਾਡੇ ਚਰਨਾਂ ਤੇ ਆ ਕੇ ਵੱਜੀਆਂ ਨੇ। ਗੱਜ ਕਰਕੇ ਆਖੋ ਸਤਨਾਮ। ਜਿਨ੍ਹਾਂ ਦਾ ਮਨ ਵਿੰਨਿਆ ਜਾਂਦਾ ਨਾ ਗੁਰੂ ਦੇ ਚਰਨਾਂ ਨਾਲ, ਫਿਰ ਗੁਰੂ ਉਹਨਾਂ ਦੀ ਰਾਖੀ ਕਰਦਾ ਹੈ, ਸਹਾਇਤਾ ਕਰਦਾ ਹੈ। ਤੇ ਹੁਣ ਸਾਇੰਸ ਕਿਵੇਂ ਮੰਨੂਗੀ ਇਸ ਗੱਲ? ਮੰਨ ਲੂਗੀ ਜਿਹੜੇ ਕਹਿੰਦੇ ਸਾਇੰਸ ਵਿਆਖਿਆ ਕਰਦੀ ਹੈ। ਮੈਂ ਸਾਇੰਸ ਦੇ ਉਲਟ ਨਹੀਂ ਗਾ, ਪਰ ਗੁਰਮੁਖੋ ਸਾਇੰਸ ਧਰਮ ਦੀ ਵਿਆਖਿਆ ਨਹੀਂ ਕਰ ਸਕਦੀ। ਧਰਮ ਆਪਣੀ ਥਾਂ ਤੇ ਹੈ, ਸਾਇੰਸ ਆਪਣੀ ਥਾਂ ਤੇ। ਸਾਇੰਸ ਕੇਵਲ ਦੇਖੀ ਚੀਜ਼ ਨੂੰ ਮੰਨਦੀ ਹੈ ਤੇ ਧਰਮ ਤਾਂ ਅਗੰਮੀ ਗੱਲਾਂ ਕਰਦਾ ਜਿਹੜੀਆਂ ਕਿਸੇ ਨੇ ਵੇਖੀਆਂ ਨਹੀਂ ਹੁੰਦੀਆਂ। ਤੇ ਹਰ ਬੰਦਾ ਉਹ ਵੇਖ ਵੀ ਨਹੀਂ ਸਕਦਾ, ਉਹ ਉਹੀ ਵੇਖ ਸਕਦਾ ਜਿਹਦੀ ਅਵਸਥਾ ਹੋਵੇ। ਹੁਣ ਜਿਹੜੀ ਦੇਵੀ ਦਾਸ ਨਾਲ ਘਟਨਾ ਵਾਪਰੀ ਹੈ, ਹੁਣ ਆਪਾਂ ਹਰ ਕੋਈ ਥੋੜ੍ਹਾ ਦੇਖ ਸਕਦੇ, ਇਹ ਤਾਂ ਉਹੀ ਵੇਖ ਸਕਦਾ ਜਿਹਦਾ ਉਹਨਾਂ ਮਨ ਵਿੰਨਿਆ ਹੋਊਗਾ, ਗੁਰੂ ਦੇ ਚਰਨਾਂ ਵਿੱਚ ਟਿਕਿਆ ਹੋਊਗਾ। ਹੁਣ ਜੇ ਸਾਇੰਸ ਆ ਕੇ ਸਾਇੰਸ ਕਿਵੇਂ ਸਿੱਧ ਕਰੂਗੀ? ਤੇ ਇਉਂ ਦੇਵੀ ਦਾਸ ਦੀ ਸਹਾਇਤਾ ਕੀਤੀ। ਮਹਾਰਾਜ ਕਹਿਣ ਲੱਗੇ, ਉਹ ਸਲਾਈਆਂ ਸਾਡੇ ਚਰਨਾਂ 'ਚ ਆ ਕੇ ਵੱਜੀਆਂ, ਕਿਉਂਕਿ ਤੂੰ ਆਪਣੀਆਂ ਅੱਖਾਂ ਦੇ ਵਿੱਚ ਸਾਡੇ ਚਰਨ ਜਿਹੜੇ ਵਸਾਏ ਹੋਏ ਸਨ ਤੇ ਅਸੀਂ ਉਹ ਆਪਣੇ ਤੇ ਸਹਾਰਿਆ ਹੈ ਤੇ ਤੈਨੂੰ ਬਚਾਇਆ ਹੈ। ਇਉਂ ਗੁਰੂ ਪਿਆਰ ਵਾਲਿਓ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਵਿੱਚ ਵਿੰਨਿਆ ਜਾਂਦਾ ਹੈ, ਗੁਰੂ ਸਾਹਿਬ ਉਹਨਾਂ ਦੀ ਸਹਾਇਤਾ ਕਰਦੇ। ਅਨੇਕਾਂ ਪ੍ਰਮਾਣ ਹੋਰ ਨੇ ਪਰ ਸਮਾਂ ਨਹੀਂ ਆਪਣੇ ਕੋਲ।
ਮਨ ਵਿਧਿਆ ਚਰਨਾਰ ਬਿੰਦ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਕਮਲਾਂ ਵਿੱਚ ਵਿੰਨਿਆ ਗਿਆ, ਗੁਰੂ ਉਹਨਾਂ ਦੀ ਸਹਾਇਤਾ ਕਰਦਾ ਹੈ। ਦਰਸ਼ਨ ਲੱਗੜਾ ਸਾਹੂ, ਉਸ ਪਾਤਸ਼ਾਹ ਦੇ ਦਰਸ਼ਨਾਂ ਦਾ ਪਿਆਰ ਉਹਨਾਂ ਦੇ ਮਨ ਲੱਗਾ ਹੈ, ਅਥਵਾ ਉਤਸ਼ਾਹ ਉਹਨਾਂ ਦੇ ਮਨ ਅੰਦਰ ਪੈਦਾ ਹੋਇਆ। ਓਟ ਗੋਵਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ। ਅੱਗੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜਿਨ੍ਹਾਂ ਨੇ ਗੋਵਿੰਦ ਦੀ ਓਟ ਲਈ ਹੈ। ਗੋਵਿੰਦ ਦਾ ਅਰਥ ਕੀ ਹੈ? ਗੋ ਨਾਮ। ਸੋ ਗੁਰੂ ਪਿਆਰ ਵਾਲਿਓ, ਬਾਣੀ ਦਾ ਵਿੰਦ ਨਾਮ ਜਾਣਨ ਦਾ, ਜੋ ਬਾਣੀ ਕਰਕੇ ਜਾਣਿਆ ਜਾਣ ਵਾਲਾ ਵਾਹਿਗੁਰੂ ਹੈ। ਗੋਪਾਲ ਦਾ ਅਰਥ ਹੈ ਗੋ ਨਾਮ ਧਰਤੀ ਦਾ, ਪਾਲ ਨਾਮ ਪਾਲਣ ਦਾ ਹੈ, ਜੋ ਸਾਰੀ ਸ੍ਰਿਸ਼ਟੀ ਨੂੰ ਪਾਲਣਹਾਰ ਹੈ। ਰਾਏ ਦਾ ਅਰਥ ਹੈ ਰਾਜਾ। ਐਸਾ ਜੋ ਵਾਹਿਗੁਰੂ ਰਾਜਾ ਸਰੂਪ ਹੈ, ਜਿਹਦੇ ਵਰਗਾ ਹੋਰ ਰਾਜਾ ਕੋਈ ਨਹੀਂ ਹੈ। ਗੁਰਬਾਣੀ ਪੜ੍ਹੋ, ਪਾਤਸ਼ਾਹ ਫਰਮਾਉਂਦੇ ਨੇ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਰੱਬ ਵਰਗਾ ਰਾਜਾ ਕੋਈ ਨਹੀਂਗਾ। ਪਾਤਸ਼ਾਹ ਤਾਂ ਇੱਥੋਂ ਤੱਕ ਵੀ ਬਚਨ ਕਰਦੇ ਨੇ, ਪੰਡਿਤ ਗੁਣੀ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਰੱਬ ਦੇ ਬਰਾਬਰ ਤੇ ਕੀ ਹੋਣਾ, ਰੱਬ ਦੇ ਪਿਆਰੇ ਦੇ ਬਰਾਬਰ ਵੀ ਨਹੀਂ ਕੋਈ ਹੋ ਸਕਦਾ। ਦਸਵੇਂ ਪਾਤਸ਼ਾਹ ਦਸਮ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਬਚਨ ਲਿਖਦੇ ਨੇ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਐਸੇ ਰਾਜੇ ਨੂੰ ਛੱਡ ਕਰਕੇ ਹੋਰ ਦੂਸਰਾ ਕਿਹੜਾ ਧਿਆਉਣਾ ਕਰੀਏ। ਉਹ ਜੋ ਰਾਜਾ ਹੈ, ਸ੍ਰਿਸ਼ਟੀ ਨੂੰ ਪਾਲਣਹਾਰ ਹੈ, ਬਾਣੀ ਕਰਕੇ ਜਾਣਿਆ ਜਾਣ ਵਾਲਾ ਹੈ, ਜਿਨ੍ਹਾਂ ਨੇ ਉਸ ਵਾਹਿਗੁਰੂ ਦੀ ਓਟ ਲਈ ਹੈ, ਸੇਵਾ ਸੁਆਮੀ ਲਾਹੋ, ਉਹਨਾਂ ਨੇ ਹੀ ਉਸ ਮਾਲਕ ਦੀ ਸੇਵਾ ਦਾ, ਲਾਹੋ ਦਾ ਅਰਥ ਲਾਹਾ ਪ੍ਰਾਪਤ ਕੀਤਾ। ਸੇਵਾ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਉਹਨਾਂ ਨੇ ਗੁਰੂ ਦੀ ਸੇਵਾ ਕਰਕੇ ਲਾਭ ਪ੍ਰਾਪਤ ਕੀਤਾ, ਉਹਨਾਂ ਨੂੰ ਲਾਹਾ ਮਿਲਿਆ। ਵਿਖਿਆ ਪੋਹਿ ਨ ਸਕਈ, ਮਿਲ ਸਾਧੂ ਗੁਣ ਗਾਹੋ। ਵਿਖਿਆ ਦੇ ਅਰਥ ਵਿਦਵਾਨਾਂ ਨੇ ਕਈ ਕੀਤੇ। ਵਿਖਿਆ ਦਾ ਅਰਥ ਵੈਸੇ ਸਿੱਧਾ ਯੈਰ ਹੁੰਦਾ ਹੈ, ਤੇ ਗੁਰਬਾਣੀ ਵਿੱਚ ਗੁਰਮਤਿ ਵਿੱਚ ਯੈਰ ਕਿਹਾ ਜਾਂਦਾ ਮਾੜੇ ਕਰਮਾਂ ਨੂੰ। ਇਹ ਵੀ ਇੱਕ ਯੈਰ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਵੀ ਵਿਕਾਰ ਕਿਹਾ ਗਿਆ, ਇਹ ਵੀ ਯੈਰ ਹੈ। ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਵਿਸ਼ੇ ਨੇ, ਇਹਨਾਂ ਨੂੰ ਵੀ ਯੈਰ ਕਿਹਾ ਹੈ। ਕਿਉਂਕਿ ਗੁਰੂ ਪਿਆਰ ਵਾਲਿਓ, ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ, ਦੋ ਰੂਪ ਹੁੰਦੇ। ਇੱਕ ਸਹੀ ਪੱਖ ਹੁੰਦਾ, ਇੱਕ ਗਲਤ ਹੁੰਦਾ ਹੈ। ਗੁਰੂ ਪਿਆਰ ਵਾਲਿਓ, ਇਹ ਵਿਕਾਰਾਂ ਨੂੰ ਵੀ ਜ਼ਹਿਰ ਕਿਹਾ ਹੈ ਤੇ ਮਾਇਆ ਨੂੰ ਵੀ ਜ਼ਹਿਰ ਕਿਹਾ ਹੈ। ਤੇ ਮਹਾਰਾਜ ਕਹਿੰਦੇ ਉਹਨਾਂ ਨੂੰ ਫਿਰ ਵਿਕਾਰਾਂ ਰੂਪੀ ਜ਼ਹਿਰ, ਵਿਸ਼ਿਆਂ ਰੂਪੀ ਜ਼ਹਿਰ, ਮਾੜੇ ਕਰਮਾਂ ਰੂਪੀ ਜ਼ਹਿਰ ਅਥਵਾ ਮਾਇਆ ਰੂਪੀ ਜ਼ਹਿਰ ਜਿਹੜੀ ਹੈ ਉਹ ਪੋਹ ਨਹੀਂ ਸਕਦੀ, ਉਹਨਾਂ ਦੇ ਨੇੜੇ ਨਹੀਂ ਜਾ ਸਕਦੀ। ਕਿਹਨਾਂ ਦੇ? ਮਿਲ ਸਾਧੂ ਗੁਣ ਗਾਹੋ, ਜਿਹੜੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਮਿਲ ਕਰਕੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਉਹਨਾਂ ਨੂੰ। ਬਾਬਾ ਕਬੀਰ ਜੀ ਦਾ ਇੱਕ ਬਚਨ ਤੁਹਾਨੂੰ ਸੁਣਾਵਾਂ। ਬਾਬਾ ਕਬੀਰ ਜੀ ਕਹਿੰਦੇ, ਜਿਹੜੀ ਮਾਇਆ ਨਾ ਮੇਰੇ ਕੋਲ ਵੀ ਆਈ ਸੀ, ਕਈ ਭੇਖ ਧਾਰ ਕੇ। ਕਿਉਂਕਿ ਗੁਰਮੁਖੋਂ ਮਾਇਆ ਦਾ ਇੱਕ ਰੂਪ ਨਹੀਂਗਾ, ਕਈ ਰੂਪ ਨੇ। ਮੁੱਖ ਰੂਪ ਵਿੱਚ ਵਿਦਵਾਨ ਕਹਿੰਦੇ ਵੀ ਦੋ ਤਰ੍ਹਾਂ ਦੀ ਮਾਇਆ, ਇੱਕ ਜੜ ਹੈ ਤੇ ਇੱਕ ਚੇਤਨ ਹੈ। ਜੜ ਜਿਹੜੀ ਹੈ ਉਹ ਤਾਂ ਧਨ ਨੂੰ ਕਿਹਾ ਗਿਆ, ਰਾਜ ਭਾਗ ਹੈ, ਧਨ ਹੈ, ਕੁਰਸੀ ਹੈ, ਇਹ ਸਭ ਕੁਝ ਜੜ ਦੇ ਵਿੱਚ ਆ ਜਾਣਾ। ਚੇਤਨ ਤੋਂ ਭਾਵ ਹੁੰਦਾ ਧੀਆਂ ਪੁੱਤਰ, ਘਰ ਵਾਲੀ, ਪਰਿਵਾਰਕ ਮੋਹ। ਦੋ ਤਰ੍ਹਾਂ ਦੀ ਮਾਇਆ। ਤੇ ਬਾਬਾ ਕਬੀਰ ਜੀ ਕਹਿੰਦੇ ਕਈ ਰੂਪ ਧਾਰ ਕੇ ਮੇਰੇ ਕੋਲ ਆਈ। ਕਬੀਰ ਆਈ ਮੁਝੇ ਪਹਿ, ਅਨਕ ਕਰੇ ਕਰ ਭੇਸ। ਕਹਿੰਦੇ ਆਈ ਮੇਰੇ ਕੋਲ ਵੀ ਇਹ ਮਾਇਆ।
ਇਹ ਅਨੇਕਾਂ ਤਰ੍ਹਾਂ ਦੇ ਭੇਸ ਬਣਾ ਕੇ ਆਈ ਹੈ। ਤੇ ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਸਾਨੂੰ ਤਾਂ ਆਪਣੇ ਗੁਰੂ ਨੇ ਰੱਖ ਲਿਆ, ਨਹੀਂ ਤੇ ਬਚਣਾ ਅਸੀਂ ਵੀ ਨਹੀਂ ਸੀ। ਧਿਆਨ ਦੇਣਾ, ਬਚਾਉਣ ਵਾਲਾ ਗੁਰੂ ਹੈ। ਆਖਿਆ ਆਈ ਕਈ ਰੂਪ ਧਾਰ ਕਰਕੇ ਮਾਇਆ, ਡਲਾਉਣ ਦਾ ਯਤਨ ਕੀਤਾ, ਪਰ ਸਾਨੂੰ ਸਾਡੇ ਗੁਰੂ ਨੇ ਰੱਖ ਲਿਆ। ਸਾਡੇ ਗੁਰੂ ਨੇ ਹੁਕਮ ਕੀਤਾ ਹੈ ਕਿ ਮਾਇਆ ਤੋਂ ਬਚ ਕੇ ਰਹਿਣਾ ਹੈ। ਨਹੀਂ ਤੇ ਇਹ ਜਿਹੜੀ ਮਾਇਆ ਨਾ, ਮਾਇਆ ਦਾ ਹੁਕਮ ਸਾਰਿਆਂ ਤੇ ਚੱਲਦਾ, ਕੋਈ ਵਿਰਲਾ ਸਿੱਖ ਬਚਦਾ ਨਹੀਂ ਤੇ ਸਾਰਿਆਂ ਤੇ ਚੱਲਦਾ। ਆਪਾਂ ਪੜ੍ਹਦੇ ਹਾਂ ਨਾ ਆਨੰਦ ਸਾਹਿਬ ਵਿੱਚੋਂ, ਜਦੋਂ 29ਵੀਂ ਪੌੜੀ ਪੜ੍ਹਦੇ ਹਾਂ ਤੇ ਪਾਤਸ਼ਾਹ ਹੁਕਮ ਦਾ ਜ਼ਿਕਰ ਕਰਦੇ ਕਿ ਮਾਇਆ ਦਾ ਹੁਕਮ ਚੱਲਦਾ ਹੈ। ਮਹਾਰਾਜ ਫਰਮਾਉਂਦੇ ਨੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਕਹਿੰਦੇ ਰੱਬ ਨਾਲੋਂ ਲਿਵ ਟੁੱਟ ਗਈ, ਤ੍ਰਿਸ਼ਨਾ ਲੱਗ ਗਈ, ਸਮਝ ਲਓ ਮਾਇਆ ਨੇ ਆਪਣਾ ਹੁਕਮ ਵਰਤਾ ਦਿੱਤਾ ਹੈ। ਉਹ ਬੰਦਾ ਮਾਇਆ ਦੇ ਹੁਕਮ ਵਿੱਚ ਹੈ ਜਿਹੜਾ ਰੱਬ ਨਾਲੋਂ ਟੁੱਟ ਕਰਕੇ ਮਾਇਆ ਦੇ ਪਿੱਛੇ ਭੱਜਾ ਫਿਰਦਾ, ਮਾਇਆ ਦੇ ਹੁਕਮ 'ਚ ਹੀ। ਤੇ ਬਾਬਾ ਕਬੀਰ ਜੀ ਕਹਿੰਦੇ ਇੱਕ ਵਾਰ ਸਾਡੇ ਕੋਲ ਆਈ, ਤੰਗ ਕਰਨੋਂ ਹਟੇ ਹੀ ਨਾ। ਬਥੇਰਾ ਸਮਝਾਇਆ ਵੀ ਜਾ ਪਰਾਂ ਤੂੰ, ਕਹਿੰਦੇ ਨਾ ਤੰਗ ਕਰਨੋਂ ਹਟੇ। ਫਿਰ ਅਸੀਂ ਇਸ ਮਾਇਆ ਦਾ ਨੱਕ ਤੇ ਕੰਨ ਵੱਢ ਦਿੱਤਾ। ਭਾਵ ਅਰਥ, ਭਾਵ ਇਹਨੂੰ ਬੁੱਚੀ ਕਰਕੇ ਭੇਜਿਆ ਵੀ ਹੁਣ ਨਹੀਂ ਤੂੰ ਸਾਡੇ ਕੋਲ ਆ ਸਕਦੀ, ਬੇਇੱਜ਼ਤ ਕਰਕੇ ਭੇਜਿਆ। ਬਚਨ ਆਉਂਦਾ, ਨੱਕ ਹੋ ਕਾਟੀ ਕੰਨ ਹੋ ਕਾਟੀ, ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਬਾਬਾ ਕਬੀਰ ਜੀ ਕਹਿੰਦੇ ਨੱਕ ਵੱਢਿਆ ਤੇ ਕੰਨ ਵੱਢਿਆ ਤੇ ਕੱਟ ਕੁੱਟ ਕੇ ਸੁੱਟ ਦਿੱਤੀ। ਬਾਬਾ ਕਬੀਰ ਜੀ ਕਹਿੰਦੇ ਸੰਤਾਂ ਦੀ ਵੈਰਨ ਹੈ ਤੇ ਲੋਕਾਂ ਦੀ ਪਿਆਰੀ। ਲੋਕ ਇਹਦੇ ਨਾਲ ਪਿਆਰ ਕਰਦੇ ਆ, ਰੱਬ ਦੇ ਪਿਆਰੇ ਇਹਦੇ ਤੋਂ ਦੂਰ ਰਹਿੰਦੇ ਨੇ। ਧਿਆਨ ਦੇਣਾ, ਮਾਇਆ ਦੀ ਪਕੜ ਤੋਂ ਦੂਰ ਰਹਿਣਾ। ਮਾਇਆ ਦਾ ਆਉਣਾ ਮਾੜਾ ਨਹੀਂ, ਮਾਇਆ ਨਾਲ ਤੇ ਕਾਰਜ ਚੱਲਦੇ ਨੇ। ਮਾਇਆ ਦੀ ਪਕੜ ਕਈ ਰੂਪਾਂ ਵਿੱਚ ਆਉਂਦੀ। ਭਗਤ ਸਦਨੇ ਤੇ ਆਈ, ਜਦੋਂ ਭਗਤ ਸਦਨਾ ਜੀ ਚੱਲੇ ਆ ਨਾ ਤੀਰਥ ਯਾਤਰਾ ਤੇ ਰਸਤੇ ਵਿੱਚ ਇੱਕ ਪਿੰਡ ਵਿੱਚ ਰਹੇ, ਰਾਤ ਪੈ ਗਈ। ਇੱਕ ਘਰ ਵਿੱਚ ਰਹਿਣਾ ਸੀ, ਰਾਤ ਕੱਟਣੀ ਸੀ। ਰਾਤ ਕੱਟਣ ਵਾਸਤੇ ਘਰ ਵਿੱਚ ਗਏ, ਉਹ ਘਰ ਵੇਸਵਾਦਾ ਸੀ। ਸੋ ਵਾਹਿਗੁਰੂ, ਉਹ ਘਰ ਸੀ ਇੱਕ ਇਸਤਰੀ ਦਾ, ਉਹਦਾ ਪਤੀ ਬਿਮਾਰ ਪਿਆ ਸੀ, ਮੰਜੇ ਤੇ ਪਿਆ ਸੀ। ਅੱਧੀ ਕੁ ਰਾਤ ਹੋਈ ਤੇ ਉਸ ਇਸਤਰੀ ਦਾ ਮਨ ਡੋਲ ਗਿਆ। ਇਹ ਮਾਇਆ ਹੈ। ਉਹ ਭਗਤ ਸਦਨੇ ਨੂੰ ਕਹਿਣ ਲੱਗੀ ਮੇਰੇ ਨਾਲ ਮੰਦ ਕਰਮ ਕਰ। ਪਰ ਭਗਤ ਸਦਨਾ ਕਹਿਣ ਲੱਗਾ ਨਾ ਭੈਣ, ਇਹ ਕਰਮ ਨਹੀਂ ਹੋ ਸਕਦਾ। ਇਹਨਾਂ ਕਰਮਾਂ ਤੋਂ ਬਚਣ ਵਾਸਤੇ ਤੇ ਮੈਂ ਅੱਗੇ ਪਾਪਾਂ ਵਾਲੀ ਕਿਰਤ ਛੱਡ ਕਰਕੇ ਰੱਬ ਨਾਲ ਜੁੜਨ ਦਾ ਯਤਨ ਕੀਤਾ ਹੈ। ਮੈਂ ਇਹ ਕਰਮ ਨਹੀਂ ਕਰ ਸਕਦਾ। ਉਸ ਔਰਤ ਨੇ ਕਿਹਾ ਕਿ ਤੂੰ ਮੇਰੇ ਪਤੀ ਤੋਂ ਡਰਦਾ ਹੈ? ਆ ਜਿਹੜਾ ਮੰਜੇ ਤੇ ਪਿਆ ਬਿਮਾਰ, ਉਹ ਇੰਨੀ ਅੰਨੀ ਹੋਈ, ਉਹਨੇ ਫੜਿਆ ਸ਼ਸਤਰ ਤੇ ਆਪਣੇ ਪਤੀ ਦਾ ਸਿਰ ਵੱਢ ਕੇ ਕੋਲ ਲਿਆ ਰੱਖਿਆ। ਕਹਿਣ ਲੱਗੀ ਆ ਚੁੱਕ, ਜੇ ਤੈਨੂੰ ਇਹਦਾ ਡਰ ਨਾ ਤੇ ਇਹਦਾ ਮੈਂ ਕੰਮ ਨਿਬੇੜਤਾ ਹੈ। ਭਗਤ ਸਦਨਾ ਕਹਿਣ ਲੱਗਾ ਏਡੀ ਪਾਪਣ ਤੂੰ ਕਦੇ ਬਖਸ਼ੀ ਨਹੀਂ ਜਾਵੇਂਗੀ, ਤੇਰੀ ਇੱਛਾ ਨਹੀਂ ਕਦੇ ਪੂਰੀ ਹੋਵੇਗੀ। ਕਹਿਣ ਲੱਗੀ ਮੈਂ ਰੌਲਾ ਪਾ ਦੇਵਾਂਗੀ। ਰੌਲਾ ਫਿਰ ਕਿੱਧਰ ਭੱਜੇਗਾ? ਮੈਂ ਕਹਾਂਗੀ ਵੀ ਇਹਨੇ ਮੇਰੇ ਪਤੀ ਨੂੰ ਮਾਰ ਦਿੱਤਾ ਹੈ ਤੇ ਮੇਰੀ ਪੱਤ ਲੁੱਟਣ ਲੱਗਾ ਸੀ। ਕਿਉਂਕਿ ਔਰਤ ਜਿਹੜੀ ਵੱਧ ਚੱਲਣ ਔਰਤ ਹੁੰਦੀ ਹੈ, ਧਿਆਨ ਦੇਣਾ, ਇੱਕ ਤਾਂ ਹੁੰਦੀ ਸਹੀ ਰੂਪ ਵਿੱਚ, ਉਹਦਾ ਸਤਿਕਾਰ ਗੁਰੂ ਘਰ ਵਿੱਚ ਵੀ ਹੈ, ਘਰਾਂ ਵਿੱਚ ਵੀ ਹੁੰਦਾ। ਇੱਕ ਹੁੰਦੀ ਵੱਧ ਚੱਲਣ, ਤੇ ਜਿਹੜੀ ਵੱਧ ਚੱਲਣ ਹੁੰਦੀ ਆ ਉਹਦਾ ਕੋਈ ਦੀਨ ਮਾਣ ਨਹੀਂ ਹੁੰਦਾ, ਉਹਨੇ ਕਦੋਂ ਕਿਹੜੇ ਰੂਪ ਵਿੱਚ ਹੋ ਜਾਣਾ। ਭਾਵੇਂ ਉਹ ਆਪਣੀ ਮਰਜ਼ੀ ਨਾਲ ਖੋਟਾ ਕਰਮ ਕਰਨ ਦੀ ਹੋਵੇ, ਤੇ ਜਦੋਂ ਪਕੜੀ ਜਾਂਦੀ ਹੈ ਉਦੋਂ ਫਿਰ ਦੂਜੇ ਤੇ ਇਲਜ਼ਾਮ ਲਾ ਦਿੰਦੀ ਹੈ। ਧਿਆਨ ਦੇ। ਸੋ ਉਸਨੇ ਰੌਲਾ ਪਾ ਦਿੱਤਾ, ਤੇ ਰੌਲਾ ਪਿਆ ਤੇ ਲੋਕ ਇਕੱਠੇ ਹੋ ਗਏ। ਆਖਿਆ ਵੀ ਇਹਨੇ ਮੇਰੀ ਪੱਤ ਲੁੱਟਣ ਦਾ ਯਤਨ ਕੀਤਾ ਤੇ ਆਹ ਵੇਖੋ ਮੇਰੇ ਪਤੀ ਦਾ ਸਿਰ ਵੱਢ ਦਿੱਤਾ। ਭਗਤ ਸਦਨਾ ਨਿਦੋਸ਼ਾ
ਫੜ ਲਿਆ ਗਿਆ, ਰਾਜੇ ਦੇ ਪੇਸ਼ ਕੀਤਾ। ਤੇ ਰਾਜੇ ਨੇ ਤੇ ਲੋਕਾਂ ਦੀ ਸੁਣਨੀ ਸੀ ਨਾ, ਔਰਤ ਦੀ ਸੁਣੀ ਜਾਂਦੀ, ਭਾਵੇਂ ਔਰਤ ਗਲਤ ਵੀ ਹੋਵੇ, ਪਰ ਇਹ ਕਾਨੂੰਨ ਠੀਕ ਨਹੀਂ ਗਾ। ਪਰਖ ਕਰਨੀ ਚਾਹੀਦੀ ਹੈ। ਗਲਤ ਕੋਈ ਵੀ ਹੋ ਸਕਦਾ ਹੈ, ਬੰਦਾ ਵੀ ਗਲਤ ਹੋ ਸਕਦਾ, ਬੀਬੀ ਵੀ ਹੋ ਸਕਦੀ। ਪਰ ਸਾਡੇ ਸਮਾਜ ਦੀ ਇੱਕ ਨਿਗਰੀ ਹੋਈ ਹਾਲਤ ਹੈ, ਭਾਵੇਂ ਔਰਤ ਗਲਤ ਹੋਵੇ, ਜਦੋਂ ਇਲਜ਼ਾਮ ਲਾ ਦੇਵੇ ਲੋਕ ਔਰਤ ਨੂੰ ਸਹੀ ਮੰਨ ਲੈਂਦੇ ਆ। ਇਸ ਤੋਂ ਇਹ ਨਹੀਂ ਸਮਝਣਾ ਕਿ ਮੈਂ ਔਰਤ ਦੀ ਤੋਹੀਨ ਕਰ ਰਿਹਾ। ਭਾਵ ਇਹ ਹੈ ਕਿ ਸਹੀ ਰੂਪ ਹੋਣਾ ਚਾਹੀਦਾ, ਭਾਵੇਂ ਉਹ ਔਰਤ ਹੋਵੇ ਤੇ ਭਾਵੇਂ ਮਨੁੱਖ ਹੋਵੇ। ਉਹਨਾਂ ਨੇ ਸਦਨੇ ਦੀ ਤੇ ਸੁਣੀ ਕੋਈ ਨਾ, ਸਾਰਿਆਂ ਨੇ ਔਰਤ ਦੀ ਮੰਨੀ ਤੇ ਸਦਨੇ ਨੂੰ ਦੋਸ਼ੀ ਠਹਿਰਾਇਆ। ਰਾਜੇ ਨੇ ਹੁਕਮ ਕੀਤਾ ਕਿ ਇਹਨੂੰ ਜਿਉਂਦੇ ਨੂੰ ਨੀਂਹ ਵਿੱਚ ਚਿਣ ਦਿੱਤਾ ਜਾਵੇ। ਇਤਿਹਾਸਕਾਰਾਂ ਨੇ ਲਿਖਿਆ ਹੈ, ਭਗਤ ਸਦਨਾ ਹੁਣ ਰੱਬ ਦੇ ਅੱਗੇ ਅਰਦਾਸਾਂ ਕਰਦਾ ਕਿ ਮਾਲਕਾ, ਹੁਣ ਤੇਰੇ ਤੋਂ ਬਿਨਾਂ ਮੈਨੂੰ ਬਚਾਉਣ ਵਾਲਾ ਕੋਈ ਨਹੀਂ। ਜਦੋਂ ਅਰਦਾਸਾਂ ਕਰਨ ਲੱਗਾ ਤੇ ਪਰਮੇਸ਼ਰ ਨੇ ਆਖਿਆ, ਸਦਨਿਆ ਇਹ ਤੇਰਾ ਕਰਮ ਹੈ, ਤੈਨੂੰ ਭੋਗਣਾ ਪੈਣਾ ਹੈ। ਤੇ ਬਾਬੇ ਸਦਨੇ ਨੇ ਬਚਨ ਉਚਾਰਿਆ ਜੋ ਬਿਲਾਵਲ ਰਾਗ ਵਿੱਚ ਦਰਜ ਹੈ। ਆਖਿਆ, ਤਵ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ। ਸਿੰਘ ਸਰਨ ਕਤ ਜਾਈਐ, ਜੋ ਜੰਬਕ ਗਰਾਸੈ। ਆਖਿਆ, ਜਗਤ ਦੇ ਮਾਲਕਾ, ਫਿਰ ਤੇਰੇ ਨਾਲ ਜੁੜਨ ਦਾ ਕੀ ਗੁਣ ਹੋਇਆ? ਜੇ ਕਰਮ ਹੀ ਭੋਗਣੇ ਆ ਤੇ ਫਿਰ ਤੈਨੂੰ ਜਪਣ ਦੀ ਕੀ ਲੋੜ ਹੈ? ਉਹ ਤਾਂ ਅਸੀਂ ਉੱਦਾਂ ਵੀ ਭੋਗ ਲੈਣੇ ਆ ਬਿਨਾਂ ਜਪਣ ਤੋਂ ਹੀ। ਜੇ ਕਰਮਾਂ ਦੇ ਲੇਖੇ ਵਿੱਚ ਹੀ ਅਸੀਂ ਰਹਿਣਾ ਹੈ ਤੇ ਫਿਰ ਜਗਤ ਦੇ ਮਾਲਕਾ, ਜਗਤ ਦੇ ਗੁਰੂਆ, ਤੇਰਾ ਕੀ ਗੁਣ ਹੋਇਆ? ਤਵ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ। ਜੇ ਕਰਮ ਹੀ ਨਹੀਂ ਨਾਸ ਹੋਣਾ, ਕਰਮ ਹੀ ਨਹੀਂ ਬਦਲਣਾ, ਫਿਰ ਤੇਰੇ ਨਾਲ ਜੁੜਨ ਦਾ ਕੀ ਗੁਣ? ਸਿੰਘ ਸਰਨ ਕਤ ਜਾਈਐ, ਜੋ ਜੰਬਕ ਗਰਾਸੈ। ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਜੇ ਗਿੱਦੜਾਂ ਨੇ ਪਾੜ ਸੁੱਟਣਾ ਹੈ? ਇਸ਼ਾਰਾ ਵੀ ਤੇਰੀ ਸ਼ਰਨ ਵਿੱਚ ਆਉਣ ਦਾ ਕੀ ਲਾਭ ਹੈ? ਜਦੋਂ ਇਉਂ ਕਿਹਾ ਨਾ, ਅਰਦਾਸ ਕੀਤੀ, ਕਹਿੰਦੇ ਪਰਮੇਸ਼ਰ ਨੇ ਐਸਾ ਕੌਤਕ ਵਰਤਾਇਆ ਕਿ ਕੰਧ ਪਾੜ ਗਈ। ਭਗਤ ਸਦਨੇ ਨੂੰ ਕੁਝ ਨਹੀਂ ਹੋਇਆ। ਜਦੋਂ ਕੰਧ ਪਾੜ ਗਈ, ਖਿਲਰ ਗਈ, ਰਾਜੇ ਨੇ ਆਖਿਆ, ਇਹਨੂੰ ਛੱਡ ਦਿਓ, ਇਹ ਧਰਮੀ ਬੰਦਾ, ਇਹ ਔਰਤ ਗਲਤ ਹੈ, ਇਹਨੂੰ ਫਾਂਸੀ ਦਿਓ। ਫਿਰ ਭਗਤ ਸਦਨੇ ਨੂੰ ਛੱਡਿਆ ਤੇ ਉਹਨੂੰ ਫਾਂਸੀ ਦਿੱਤੀ। ਇਉਂ ਗੁਰੂ ਪਿਆਰ ਵਾਲਿਓ, ਜਿਹੜੇ ਰੱਬ ਦੇ ਪਿਆਰੇ ਆ, ਉਹਨਾਂ ਨੂੰ ਇਹ ਚੀਜ਼ ਨਹੀਂ ਕੁਝ ਕਰ ਸਕਦੀ। ਭਾਵੇਂ ਗਲਤ ਰੂਪ ਵਿੱਚ ਵੀ ਉਹਨਾਂ 'ਤੇ ਇਲਜ਼ਾਮ ਲਾ ਦਿੱਤਾ ਜਾਵੇ, ਪਰ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ ਇਹ ਚੀਜ਼। ਜਿਹੜੀ ਵਿਖਿਆ ਨਾ, ਉਹਨਾਂ ਨੂੰ ਪੋਹ ਨਹੀਂ ਸਕਦੀ। ਜਿਹੜੇ ਪਰਮੇਸ਼ਰ ਨਾਲ ਜੁੜੇ ਨੇ, ਜਿਹੜੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਮਿਲ ਕਰਕੇ ਅਥਵਾ ਗੁਰੂ ਕੀ ਸੰਗਤ ਵਿੱਚ ਮਿਲ ਕਰਕੇ ਰੱਬ ਦੇ ਗੁਣ ਗਾਉਂਦੇ ਨੇ, ਉਹਨਾਂ ਨੂੰ ਇਹ ਕੁਝ ਨਹੀਂ ਕਹਿ ਸਕਦੀ, ਭਾਵੇਂ ਜਿਹੜੇ ਮਰਜ਼ੀ ਰੂਪ ਵਿੱਚ ਆ ਜਾਵੇ। ਜਹ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਾਹੂ। ਜਹ ਤੇ ਉਪਜੀ, ਇਹ ਬਿਰਤੀ ਜਿੱਥੋਂ ਪੈਦਾ ਹੋਈ ਸੀ, ਤਹ ਮਿਲੀ, ਉੱਥੇ ਹੀ ਮਿਲ ਗਈ। ਕਿਉਂਕਿ ਜਦੋਂ ਆਪਾਂ ਮਾਂ ਦੇ ਪੇਟ ਵਿੱਚ ਸਾਂ, ਉਦੋਂ ਸਾਡੀ ਬਿਰਤੀ ਜੁੜੀ ਹੋਈ ਸੀ, ਜੁੜੀ ਰੱਬ ਦਾ ਸਿਮਰਨ ਕਰਦੀ ਸੀ, ਮਾਲਕ ਨਾਲ ਮਿਲੀ ਹੋਈ ਸੀ। ਪਰ ਜਦੋਂ ਜਨਮ ਹੋਇਆ, ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਦਾਇਆ। ਰੱਬ ਭੁੱਲ ਗਿਆ, ਦੁਨੀਆ ਨਾਲ ਜੁੜ ਗਈ ਬਿਰਤੀ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਹੁਣ ਕਿਰਪਾ ਹੋ ਗਈ, ਜਦੋਂ ਗੁਣ ਗਾਏ ਨਾ ਰੱਬ ਦੇ, ਜਿੱਥੋਂ ਟੁੱਟੀ ਸੀ ਨਾ, ਜਿੱਥੋਂ ਪੈਦਾ ਹੋਈ ਸੀ, ਉੱਥੇ ਫੇਰ ਮਿਲ ਗਈ, ਉੱਥੇ ਜਾ ਜੁੜੀ। ਬਾਬਾ ਕਬੀਰ ਜੀ ਕਹਿੰਦੇ ਨਾ, ਕਬੀਰ ਸੂਤਾ ਕਿਆ ਕਰਹਿ, ਬੈਠਾ ਰਹੋ ਅਰ ਜਾਗ, ਜਾ ਕੈ ਸੰਗ ਤੇ ਬੀਸ਼ਰਾ, ਤਾਹੀ ਕੈ ਸੰਗ ਲਾਗ। ਕਹਿੰਦੇ ਨੇ ਸੁੱਤਾ ਕੀ ਕਰਦਾ ਪਿਆਰਿਆ, ਬੈਠ ਉੱਠ ਕੇ ਜਾਗ ਉਹਦੀ ਸਿਫਤ ਵਿੱਚ। ਭਿੰਨੀ ਰੈਣੜੀ ਹੈ ਚਾ ਮੱਕਣ ਤਾਰੇ, ਜਗ ਹੈ ਸੰਤ ਜਨਾ, ਮੇਰੇ ਰਾਮ ਪਿਆਰੇ ਉਹਦੀ ਯਾਦ ਵਿੱਚ ਜਾਗ ਸਜਣਾ। ਜਾ ਕੈ ਸੰਗ ਤੇ ਬੀਸ਼ਰਾ, ਜਿਹਦੇ ਨਾਲੋਂ ਵਿਛੜਿਆ ਹੋਇਆ ਨਾ, ਟੁੱਟਿਆ ਹੋਇਆ ਹੈ, ਤਾਹੀ ਕੈ ਸੰਗ ਲਾਗ, ਉਹਦੇ ਨਾਲ ਜੁੜ ਜਿਹਦੇ ਨਾਲ ਟੁੱਟਾ ਹੋਇਆ ਹੈ। ਜਹ ਕੀ ਉਪਜੀ, ਜਿੱਥੋਂ ਉਪਜੀ ਸੀ, ਤਹ ਮਿਲੀ, ਉੱਥੇ ਹੀ ਇਹ ਬਿਰਤ, ਇਹ ਸੁਰਤ ਜੁੜ ਗਏ।
ਸੱਚੀ ਪ੍ਰੀਤ ਸਮਾਹੋ, ਹੁਣ ਤਾਂ ਸੱਚੀ ਪ੍ਰੀਤ ਵਿੱਚ ਸਮਾ ਗਈ ਹੈ, ਲੀਨ ਹੋ ਗਏ। ਅਥਵਾ ਦੂਸਰਾ ਅਰਥ ਵਿਦਵਾਨਾਂ ਨੇ ਕੀਤਾ ਹੈ, ਜਹ ਕੀ ਉਪਜੀ, ਜਿੱਥੋਂ ਇਹ ਸ੍ਰਿਸ਼ਟੀ ਪੈਦਾ ਹੋਈ ਹੈ, ਇਹ ਜੀਵ ਪੈਦਾ ਹੋਏ ਹੈ, ਤੇ ਜਦੋਂ ਮਰਦੇ ਨੇ ਫਿਰ ਕਿੱਥੇ ਜਾਂਦੇ? ਫਿਰ ਉੱਥੇ ਹੀ ਚਲੇ ਜਾਂਦੇ। ਤਹਿ ਮਿਲੀ, ਤਿੱਥੇ ਜਾ ਮਿਲਦੇ ਨੇ। ਚੌਪਈ ਸਾਹਿਬ ਵਿੱਚੋਂ ਬਚਨ ਪੜ੍ਹਦੇ ਆ ਨਾ, ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਕਲਗੀਧਰ ਪਾਤਸ਼ਾਹ ਫਰਮਾਉਂਦੇ ਨੇ, ਜਬ ਉਦਕਰਖ ਕਰਾ ਕਰਤਾਰਾ, ਕਹਿੰਦੇ ਜਦੋਂ ਕਰਤਾਰ ਨੇ ਉਦਕਰਖਣ ਸ਼ਕਤੀ ਵਰਤਾਈ। ਉਦਕਰਖਣ ਸ਼ਕਤੀ ਦਾ ਅਰਥ ਹੁੰਦਾ ਉੱਗਣ ਵਾਲੀ, ਪੈਦਾ ਕਰਨ ਵਾਲੀ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਕਹਿੰਦੇ ਅਪਾਰ ਦੇਹਾਂ ਇਹ ਸਰੀਰ ਉਦੋਂ ਬਣੇ ਨੇ ਜਦੋਂ ਉਹਨੇ ਇਹ ਸ਼ਕਤੀ ਪੈਦਾ ਕੀਤੀ। ਇਸ ਸ਼ਕਤੀ ਨਾਲ ਸਾਰੇ ਪੈਦਾ ਹੋਏ ਨੇ। ਤੇ ਅਗਲਾ ਬਚਨ ਕੀਤਾ, ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ, ਦੇਹ ਧਰ ਸਭ ਹੂੰ। ਹੇ ਵਾਹਿਗੁਰੂ, ਜਦੋਂ ਤੁਸੀਂ ਆਕਰਖਣ ਸ਼ਕਤੀ ਵਰਤਾਉਂਦੇ ਹੋ, ਆਕਰਖਣ ਸ਼ਕਤੀ ਦਾ ਅਰਥ ਹੁੰਦਾ ਖਿੱਚਣ ਵਾਲੀ, ਆਪਣੇ ਵੱਲ ਖਿੱਚਣ ਵਾਲੀ। ਜਦੋਂ ਸਰੀਰ ਤਿਆਗਦੇ ਆ ਉਦੋਂ ਜੋਤ ਤੇ ਵਾਹਿਗੁਰੂ ਖਿੱਚਦਾ ਨਾ, ਆਪਣੇ ਵੱਲ ਉਹਨੇ ਆਪਣੀ ਜੋਤ ਖਿੱਚਣੀ ਹੈ ਨਾ। ਜਬ ਆਪਣੀ ਜੋਤ ਤੂੰ ਖਿੰਚੈ ਹੈ ਸੁਆਮੀ, ਤਬ ਕੋਈ ਕਰੇ ਹੋ ਦਿਖਾ ਵਿਖਿਆਨਾ, ਖਿੱਚ ਲੈਂਦਾ ਜੋਤ। ਜਦੋਂ ਇਹ ਵਾਹਿਗੁਰੂ ਜੀ ਤੁਸੀਂ ਆਕਰਖਣ ਸ਼ਕਤੀ ਵਰਤਾਉਂਦੇ ਹੋ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਇਹ ਜਿਹੜੀਆਂ ਸਾਰੀਆਂ ਦੇਹਾਂ ਧਾਰੀਆਂ ਹੋਈਆਂ ਨਾ, ਇਹ ਸਾਰੀਆਂ ਦੇਹਾਂ ਤੁਹਾਡੇ ਵਿੱਚ ਮਿਲ ਜਾਂਦੀਆਂ ਨੇ, ਤੁਹਾਡੇ ਵਿੱਚ ਲੀਨ ਹੋ ਜਾਂਦੇ ਨੇ ਸਾਰੇ ਜੀਵ। ਜਹ ਕੀ ਉਪਜੀ ਤਹਿ ਮਿਲੀ, ਜਿੱਥੋਂ ਪੈਦਾ ਹੋਈ ਸ੍ਰਿਸ਼ਟੀ ਇਹ ਸੰਸਾਰ ਉਹਦੇ ਵਿੱਚ ਹੀ ਮਿਲ ਗਿਆ। ਸੱਚੀ ਪ੍ਰੀਤ ਸਮਾਹੋ, ਪਰ ਜਿਨ੍ਹਾਂ ਦੇ ਅੰਦਰ ਸੱਚੀ ਪ੍ਰੀਤ ਦਾ ਸਮਾਹੜਾ ਪੈਦਾ ਹੋਇਆ, ਉਤਸ਼ਾਹ ਪੈਦਾ ਹੋਇਆ ਹੈ, ਉਹ ਉਹਦੇ ਵਿੱਚ ਲੀਨ ਹੋ ਜਾਂਦੇ ਨੇ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ, ਐਸੀ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ। ਕਰ ਗਹਿ ਲੀਨੀ ਪਾਰ ਬ੍ਰਹਮ, ਬਾਹੁੜ ਨਾ ਵਿਛੜਿਆਹੋ। ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਜੋ ਬ੍ਰਹਮ ਪਰਮੇਸ਼ਰ ਹੈ, ਕਹਿੰਦੇ ਨੇ ਉਸ ਨੇ ਬਿਰਤੀ ਰੂਪੀ ਬਾਂਹ ਫੜ ਲਈ। ਤੇ ਜਦੋਂ ਮੇਰੀ ਬਿਰਤੀ ਰੂਪੀ ਬਾਂਹ ਫੜ ਲਈ ਨਾ, ਬਾਹੁੜ ਨਾ ਵਿਛੜੀ ਆਹੋ, ਦੁਬਾਰਾ ਫਿਰ ਵਿਛੜੇ ਨਹੀਂ ਉਹਦੇ ਤੋਂ, ਜੂਨਾਂ ਵਿੱਚ ਭਟਕਣਾ ਨਹੀਂ ਪਿਆ, ਉਹਦੇ ਵਿੱਚ ਲੀਨਤਾ ਹੋ ਗਈ। ਸਤਿਗੁਰੂ ਤਾਂ ਪ੍ਰਤੱਖ ਬਾਂਹ ਵੀ ਜਿਹਦੀ ਫੜ ਲੈਣ ਉਹ ਵੀ ਨਹੀਂ ਛੱਡਦੇ। ਫੜਾਈ ਸੀ ਨਾ ਕਸ਼ਮੀਰ ਦੇ ਪੰਡਤਾਂ ਨੇ, ਆਪਾਂ ਤੇ ਫੜਾਉਂਦੇ ਹੀ ਨਹੀਂ, ਥਾਂ ਥਾਂ ਫੜਾਈ ਫਿਰਦੇ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਢੋਲ ਢਮੱਕਾ ਸਰਵਰ ਦਾ ਬਣਿਆ ਫਿਰਦਾ। ਥਾਂ ਥਾਂ ਬਾਂਹ ਫੜਾਈ ਹੁੰਦੀ, ਕੋਈ ਕਿਤੇ ਮੱਥੇ ਟੇਕੀ ਜਾਂਦਾ, ਕੋਈ ਕਿਤੇ ਟੇਕੀ ਜਾਂਦਾ, ਇੱਕ ਨੂੰ ਤਾਂ ਫੜਾਈ ਨਹੀਂ। ਪਰ ਕਸ਼ਮੀਰ ਦੇ ਪੰਡਤਾਂ ਨੇ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਂਹ ਫੜਾਈ। ਸੱਚੇ ਪਾਤਸ਼ਾਹ ਫੜੋ ਬਾਂਹ ਸਾਡੀ, ਰੁੜ ਚੱਲੇ ਜੇ, ਸਾਡਾ ਧਰਮ ਗਿਆ ਜੇ। ਮਹਾਰਾਜ ਨੇ ਬਾਂਹ ਫੜੀ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ। ਮਨ ਲੋਚੈ ਬੁਰਿਆਈਆਂ, ਗੁਰ ਸਬਦੀ ਇਹ ਮਨ ਹੋੜੀਐ। ਗੁਰ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਐ। ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋੜੀਐ। ਸਿਰ ਦੇ ਦਿੰਦਾ ਗੁਰੂ ਆਪਣਾ, ਪਰ ਜਿਨ੍ਹਾਂ ਦੀ ਬਾਂਹ ਫੜ ਲੈਂਦਾ ਉਹ ਬਾਂਹ ਨਹੀਂ ਛੱਡਦਾ। ਗੁਰੂ ਨੂੰ ਇੱਕ ਵਾਰ ਬਾਂਹ ਫੜਾ ਕੇ ਤੇ ਵੇਖੋ। ਕਰ ਗਹਿ ਲੀਨੀ ਪਾਰ ਬ੍ਰਹਮ, ਕਹਿੰਦੇ ਪਰਮੇਸ਼ਰ ਨੇ, ਸਤਿਗੁਰੂ ਨੇ ਸਾਡੀ ਬਾਂਹ ਫੜ ਲਈ। ਬਾਹੁੜ ਨਾ ਵਿਛੜੀ ਆਹੋ, ਹੁਣ ਦੁਬਾਰਾ ਗੁਰੂ ਤੋਂ ਵਿਛੜਦੇ ਨਹੀਂ, ਦੂਰ ਨਹੀਂ ਹੁੰਦੇ। ਜਿਨ੍ਹਾਂ ਨੇ ਵੀ ਬਾਂਹ ਫੜਾਈ ਹੈ ਨਾ, ਉਹਨਾਂ ਨੂੰ ਗੁਰੂ ਨੇ ਤਾਰਿਆ। ਭਾਈ ਬਿਧੀ ਚੰਦ ਗੁਰਮੁਖੋਂ ਪਹਿਲਾਂ ਚੋਰੀਆਂ ਕਰਦੇ ਸਨ, ਪਰ ਇੱਕ ਦਿਨ ਐਸਾ ਸਮਾਂ ਆਇਆ ਕਿ ਆਪਣੀ ਬਾਂਹ ਗੁਰੂ ਅਰਜਨ ਸਾਹਿਬ ਨੂੰ ਫੜਾ ਦਿੱਤੀ। ਮਹਾਰਾਜ ਫੜੋ ਬਾਂਹ, ਛੱਡਤਾ ਸਾਰਾ ਕੁਝ। ਮਹਾਰਾਜ ਨੇ ਇਹੋ ਜਿਹੀ ਬਾਂਹ ਫੜੀ ਤੇ 6ਵੇਂ ਜਾਮੇ ਵਿੱਚ ਕਹਿ ਦਿੱਤਾ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਸੀਨੇ ਨਾਲ ਲਾ ਲਿਆ, ਛੱਡਿਆ ਥੋੜਾ। ਜਿਨ੍ਹਾਂ ਦੀ ਇੱਕ ਵਾਰੀ ਬਾਂਹ ਗੁਰੂ ਫੜ ਲਵੇ ਛੱਡਦਾ ਨਹੀਂ। ਅਨੇਕਾਂ ਪ੍ਰਮਾਣ ਨੇ ਇਤਿਹਾਸ ਦੇ ਵਿੱਚ।
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਗੁਰੂ ਕੇ ਸਿੱਖ ਜਦੋਂ ਸਰੀਰ ਤਿਆਗਣਾ ਸੀ ਨਾ ਤੇ ਰਮਦਾਸ ਦੀ ਧਰਤੀ ਤੇ ਸਤਿਗੁਰਾਂ ਨਾਲ ਪਹਿਲਾਂ ਹੀ ਬਚਨ ਕੀਤਾ ਸੀ, ਮਹਾਰਾਜ ਜਦੋਂ ਅਸੀਂ ਸਰੀਰ ਤਿਆਗਣਾ ਨਾ ਉਦੋਂ ਤੁਸੀਂ ਸਾਡੇ ਕੋਲ ਹੋਵੋ, ਮੈਂ ਆਖਰੀ ਦਰਸ਼ਨ ਕਰਕੇ ਤਿਆਗਣਾ। ਛੇਵੇਂ ਪਾਤਸ਼ਾਹ ਕੋਲ ਗਏ, ਪ੍ਰਸੰਗ ਲੰਮਾ ਹੈ, ਮੈਂ ਕੇਵਲ ਵਿਸ਼ੇ ਦੀ ਗੱਲ ਕਰਨੀ। ਅੰਮ੍ਰਿਤ ਵੇਲਾ ਰਾਤ ਸਤਿਗੁਰੂ ਜੀ ਬਾਬਾ ਬੁੱਢਾ ਜੀ ਦੇ ਨਾਲ ਬਚਨ ਬੁਲਾ ਸਾਰੀ ਰਾਤ ਕਰਦੇ ਰਹੇ। ਅੰਮ੍ਰਿਤ ਵੇਲਾ ਹੋਇਆ ਤੇ ਇਸ਼ਨਾਨ ਪਾਣੀ ਕੀਤਾ ਤੇ ਬਾਬਾ ਬੁੱਢਾ ਜੀ ਸਤਿਗੁਰਾਂ ਦੇ ਕੋਲ ਆਏ, ਨਾਲ ਆਪਣੇ ਪੁੱਤਰ ਦੀ ਬਾਂਹ ਫੜੀ ਲਿਆਉਂਦੇ ਨੇ। ਭਾਈ ਭਾਨਾ ਬਾਬਾ ਬੁੱਢਾ ਜੀ ਦਾ ਪੁੱਤਰ ਬਾਂਹ ਫੜ ਕੇ ਪੁੱਤਰ ਨੂੰ ਲਈ ਆਉਂਦੇ ਅਤੇ ਫੜ ਕੇ ਬਾਂਹ ਬਾਬੇ ਬੁੱਢੇ ਨੇ ਆਖਿਆ, ਲਓ ਸਤਿਗੁਰੂ ਪਾਤਸ਼ਾਹ ਦੀ ਬਾਂਹ ਫੜੋ। ਬਾਂਹ ਫੜਨ ਦੀ ਗੱਲ ਕਰ ਰਹੇ ਨਾ ਮਹਾਰਾਜ, ਜਿਵੇਂ ਮੇਰੀ ਬਾਂਹ ਫੜੀ ਜੇ ਤੇ ਅੰਤ ਤੱਕ ਨਿਭਾ ਦਿੱਤੀ ਜੋ, ਇਸੇ ਤਰ੍ਹਾਂ ਮੇਰੀ ਅੰਸ ਬੰਸ ਦੀ ਬਾਂਹ ਫੜ ਲਓ, ਇਹਨੂੰ ਕਦੇ ਗੁਰੂ ਘਰ ਤੋਂ ਦੂਰ ਨਾ ਕਰਿਓ। ਇਹ ਬਾਂਹ ਫੜਾਉਣੀ। ਬਾਬੇ ਬੁੱਢੇ ਨੇ ਬਾਂਹ ਫੜਾਈ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ ਸਾਡੇ ਜੇ। ਨਹੀਂ ਮਹਾਰਾਜ ਮੇਰੇ ਸਾਹਮਣੇ ਬਾਂਹ ਫੜੋ। ਕਿੰਨਾ ਪ੍ਰੇਮ! ਸਾਹਮਣੇ ਇੱਕ ਛੇਵੇਂ ਪਾਤਸ਼ਾਹ ਨੂੰ ਬਾਂਹ ਫੜਾਈ ਆਪਣੇ ਪੁੱਤਰ ਦੀ। ਆਖਿਆ ਮਹਾਰਾਜ ਹੁਣ ਮੈਨੂੰ ਯਕੀਨ ਹੋ ਗਿਆ ਹੈ ਕਿ ਤੁਸੀਂ ਮੇਰੀ ਅੰਸ ਬੰਸ ਦੀ ਬਾਂਹ ਫੜ ਲਈ ਹੈ। ਮੇਰੀ ਅੰਸ ਬੰਸ ਗੁਰੂ ਨਾਨਕ ਦੇ ਘਰ ਤੋਂ ਕਦੀ ਉਲਟ ਨਹੀਂ ਹੋਵੇਗੀ। ਦਰ ਹਕੀਕਤ ਪੜ੍ਹ ਕੇ ਵੇਖੋ ਇਤਿਹਾਸ, ਬਾਬੇ ਬੁੱਢੇ ਦੀ ਅੰਸ ਬੰਸ ਗੁਰੂ ਘਰ ਦੇ ਨਾਲ ਰਹੀ ਹੈ ਤੇ ਗੁਰੂ ਘਰ ਦੇ ਵਿੱਚ ਹੀ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਹੈ। ਤੇ ਫਿਰ ਬਾਬੇ ਬੁੱਢੇ ਨੇ ਆਖਿਆ ਸੀ ਮਹਾਰਾਜ ਹੁਣ ਮੈਨੂੰ ਆਪਣੀ ਗੋਦ ਵਿੱਚ ਬਹਿ ਕੇ ਇੱਕ ਜਪਜੀ ਸਾਹਿਬ ਦਾ ਪਾਠ ਕਰ ਲੈਣ ਦਿਓ। ਤੇ ਫਿਰ ਬਾਬਾ ਬੁੱਢਾ ਜੀ ਨੇ ਜਪਜੀ ਸਾਹਿਬ ਦਾ ਸੰਪੂਰਨ ਪਾਠ ਕੀਤਾ। ਜਿਨੀ ਨਾਮ ਧਿਆਇਆ ਗਏ ਮੁਸੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਬਚਨ ਪੜ੍ਹੇ ਤੇ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਰੱਖ ਦਿੱਤਾ ਹੈ, ਦੁਬਾਰਾ ਚੁੱਕਿਆ ਹੀ ਨਹੀਂ, ਉੱਥੇ ਸਰੀਰ ਤਿਆਗ ਦਿੱਤਾ ਹੈ। ਜਿਨ੍ਹਾਂ ਨੇ ਗੁਰੂ ਨੂੰ ਬਾਂਹ ਫੜਾਈ ਨਾ ਉਹ ਗੁਰੂ ਵਿੱਚ ਲੀਨ ਹੋ ਜਾਂਦੇ, ਉਹ ਫਿਰ ਦੁਬਾਰਾ ਵਿਛੜਦੇ ਨਹੀਂ ਗੁਰੂ ਕੋਲੋਂ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਮ ਸੰਸਕਾਰ ਕੀਤਾ। ਜਦੋਂ ਅਰਥੀ ਲੈ ਕੇ ਚੱਲੇ ਨਾ, ਹੁਣ ਭਾਈ ਭਾਨੇ ਨੇ ਤੇ ਇੱਕ ਪਾਸੇ ਲੱਗਣਾ ਹੀ ਸੀ, ਹੋਰ ਸਿੱਖ ਵੀ ਲੱਗੇ। ਇੱਕ ਪਾਸੇ ਮਹਾਰਾਜ ਨੇ ਭੱਜ ਕੇ ਫੜ ਲਿਆ, ਕਹਿਣ ਲੱਗੇ ਅਸੀਂ ਮੋਢਾ ਲਾਉਣਾ। ਸਿੱਖ ਕਹਿਣ ਲੱਗੇ ਮਹਾਰਾਜ ਅਸੀਂ ਲਾ ਲੈਂਦੇ ਹਾਂ। ਮਹਾਰਾਜ ਕਹਿੰਦੇ ਨਾ, ਬਾਬੇ ਬੁੱਢੇ ਨਾਲ ਸਾਡਾ ਬਚਨ ਹੈ। ਇੱਕ ਦਿਨ ਬਾਬਾ ਬੁੱਢਾ ਜੀ ਪਾਲਕੀ ਤੇ ਸਵਾਰ ਹੋ ਕਰਕੇ ਅੰਮ੍ਰਿਤਸਰ ਆਏ ਸੀ ਤੇ ਅਸੀਂ ਪਾਲਕੀ ਨੂੰ ਮੋਢਾ ਦੇਣ ਲੱਗੇ ਸਾਂ ਤੇ ਬਾਬੇ ਬੁੱਢੇ ਨੇ ਵਿੱਚੋਂ ਆਵਾਜ਼ ਦਿੱਤੀ ਸੀ, ਸਤਿਗੁਰੂ ਪਾਤਸ਼ਾਹ ਮੋਢਾ ਨਾ ਲਾਇਓ ਨਹੀਂ ਤੇ ਮੈਂ ਛਾਲ ਮਾਰ ਦੇਣੀ ਹੈ। ਤੇ ਮੈਂ ਆਖਿਆ ਸੀ ਬਾਬਾ ਜੀ ਕੀ ਗੱਲ, ਮੈਨੂੰ ਮੋਢਾ ਲਾ ਲੈਂਦੇ ਹੋ? ਆਖਿਆ ਮਹਾਰਾਜ ਨਹੀਂ ਅੱਜ ਨਹੀਂ ਲਾਉਣਾ, ਇੱਕ ਦਿਨ ਐਸਾ ਆਵੇਗਾ ਤੁਸੀਂ ਮੈਨੂੰ ਮੋਢਾ ਲਾ ਲਿਓ, ਮੈਂ ਬੋਲਾਂਗਾ ਨਹੀਂ। ਅੱਜ ਉਹ ਸਮਾਂ ਆ ਗਿਆ, ਅੱਜ ਬਾਬਾ ਬੁੱਢਾ ਨਹੀਂ ਬੋਲਦਾ ਪਿਆ, ਅੱਜ ਮੈਨੂੰ ਮੋਢਾ ਲਾ ਲੈਂਦੇ ਹੋ। ਫਿਰ ਆਪ ਲੈ ਕੇ ਗਏ, ਆਪ ਹੱਥੀਂ ਸੰਸਕਾਰ ਕੀਤਾ। ਸੋ ਗੁਰਮੁਖੋ ਕਰ ਗਹਿ ਲੀਨੀ ਪਾਰ ਬ੍ਰਹਮ, ਜਿਨ੍ਹਾਂ ਦੀ ਬਾਂਹ ਗੁਰੂ ਪਰਮੇਸ਼ਰ ਨੇ ਫੜ ਲਈ ਹੈ ਨਾ, ਬਾਹੜ ਨਾ ਵਿਛੜੀ ਆਹੋ, ਉਹ ਦੁਬਾਰਾ ਗੁਰੂ ਪਰਮੇਸ਼ਰ ਤੋਂ ਵਿਛੜੇ ਨਹੀਂ। ਬਾਹਰ ਜਾਓ ਲਖ ਬੇਰੀਆ, ਹਰ ਸੱਜਣ ਅਗਮ ਅਗਾਹੋ। ਉਹ ਹਰੀ ਰੂਪ ਜਿਹੜਾ ਸੱਜਣ ਹੈ, ਸੱਜਣ ਦਾ ਅਰਥ ਹੁੰਦਾ ਜਿਹੜਾ ਮਾਂ ਦੇ ਗਰਭ ਵਿੱਚ ਸਾਡੀ ਰੱਖਿਆ ਕਰਨ ਵਾਲਾ, ਉਹਨੂੰ ਸੱਜਣ ਕਹਿੰਦੇ ਨੇ। ਤੇ ਗੁਰਮੁਖੋ ਆ ਜਿਹੜੇ ਦੁਨਿਆਵੀ ਸੱਜਣ ਹੈ ਇਹ ਤਾਂ ਸਾਡਾ ਸਾਥ ਛੱਡ ਜਾਂਦੇ ਨੇ, ਪਰ ਸੱਜਣ ਸੱਚਾ ਪਾਤ ਸਾਹੋ, ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਹੋ। ਉਹ ਹਰੀ ਸੱਜਣ ਅਗਮ ਮਨ ਦੀ ਪਹੁੰਚ ਤੋਂ ਪਰੇ, ਅਗਾਹੋ ਬਹੁਤ ਡੂੰਘਾ ਹੈ, ਅਗਾਧ ਹੈ, ਅਪਕੜ ਹੈ। ਉਸ ਵਾਹਿਗੁਰੂ ਤੋਂ ਬਾਹਰ ਜਾਉ ਲੱਖ ਬੇਰੀਆ। ਮਹਾਰਾਜ ਕਹਿੰਦੇ ਸੀ ਲੱਖਾਂ ਵਾਰ ਉਹਦੇ ਤੋਂ ਬਲਿਹਾਰ ਜਾਂਦੇ। ਵਾਰ ਨੈ ਬਲਿਹਾਰ ਨੈ ਲੱਖ ਬਰੀਆ, ਨਾਮੋ ਹੋ ਨਾਮ ਸਾਹਿਬ ਕੋ ਪ੍ਰਾਣ ਅਧਰੀਆ।
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਹਾਂ ਕਿ ਬਲ 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 ਸਦ ਬਲਿਹਾਰ, ਉਹਦੇ ਤੁਸਦਾ ਬਲਿਹਾਰ ਜਾਂਦੇ ਆ। ਸਰਮ ਪਈ ਨਾਰਾਇਣ ਨਾਨਕ ਦਰ ਪਈਆਹੋ। ਅਖੀਰਲੀਆਂ ਪੰਕਤੀਆਂ ਵਿੱਚ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਉਸ ਪਰਮੇਸ਼ਰ ਦੇ ਦਰ ਤੇ ਅਸੀਂ ਪੈ ਗਏ ਹਾਂ। ਤੇ ਜਦੋਂ ਉਸ ਦੇ ਦਰ ਤੇ ਪਏ ਹਨ, ਸਰਮ ਪਈ ਨਾਰਾਇਣ ਹੈ। ਨਾਰਾਇਣ ਦਾ ਸਿੱਧਾ ਅਰਥ ਤੇ ਆਪਾਂ ਕਰਦੇ ਪਰਮੇਸ਼ਰ। ਜੇ ਉਸ ਪਰਮੇਸ਼ਰ ਨੂੰ ਫਿਰ ਸ਼ਰਮ ਪਈ, ਭਾਵ ਲੱਜਾ ਸਾਡੀ ਵੀ ਇਹ ਮੇਰੇ ਦਰ ਤੇ ਆਇਆ, ਇਹਦੀ ਮੈਂ ਲਾਜ ਰੱਖਣੀ ਹੈ। ਨਾਰਾਇਣ ਦਾ ਅਰਥ ਇਹ ਵੀ ਕੀਤਾ, ਨਾਰਾਇਣ ਹੈ ਜਿਹਦੇ ਵਿੱਚ ਅਵਿਦਿਆ ਰੂਪੀ ਰਾਤ ਨਹੀਂ ਹੈ। ਤੇ ਨਾ ਅਰ ਆਇਣ ਹੈ ਜਿਹਦੇ ਵਿੱਚ ਵੈਰ ਪੁਣੇ ਦਾ ਘਰ ਨਹੀਂ, ਜਿਹਦੇ ਅੰਦਰ ਵੈਰ ਨਾ ਹੋਵੇ। ਤੇ ਨਾਰਾਇਣ ਹੈ, ਨਰ ਆਇਣ ਹੈ ਜਿਹਦਾ ਹਰ ਮਨੁੱਖ ਵਿੱਚ, ਹਰ ਜੀਵ ਦੇ ਵਿੱਚ ਘਰ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ ਕਰ ਆਸਨ ਡਿਠੋ ਚਾਓ। ਜਿਹੜਾ ਹਾਰੇ ਵਿੱਚ ਆਸਨ ਲਾ ਕੇ ਬੈਠਾ ਉਹਨੂੰ ਨਾਰਾਇਣ ਕਹਿੰਦੇ ਨੇ। ਹਰ ਥਾਂ ਵਿਆਪਕ ਹੈ। ਕਹਿੰਦੇ ਜਦੋਂ ਉਹਦੇ ਦਰ ਤੇ ਆ ਪਏ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਦੋਂ ਸਾਰੇ ਦਰ ਛੱਡ ਕਰਕੇ ਉਹਦੇ ਦਰ ਤੇ ਪੈ ਗਏ, ਕਹਿੰਦੇ ਫਿਰ ਉਸ ਨਾਰਾਇਣ ਵਾਹਿਗੁਰੂ ਨੂੰ ਸ਼ਰਮ ਪਈ। ਫਿਰ ਉਹਨੂੰ ਸ਼ਰਮ ਲੱਜਾ ਹੋਈ ਕਿ ਇਹ ਮੇਰੇ ਚਰਨਾਂ ਵਿੱਚ ਪਿਆ, ਮੈਂ ਇਹਦੀ ਤਾਂ ਰੱਖਿਆ ਕਰਨੀ ਜਿਵੇਂ ਮਰਜ਼ੀ ਹੋਵੇ। ਜਦੋਂ ਮੇਰੇ ਚਰਨਾਂ 'ਚ ਪੈ ਗਿਆ ਹੈ, ਇਹ ਮੇਰਾ ਹੈ, ਇਹਦੀ ਮੈਂ ਲਾਜ ਰੱਖਣੀ ਹੈ। ਜਿਵੇਂ ਗੁਰੂ ਸਰ ਮਹਾਰਾਜ ਦਾ ਜੰਗ ਹੋਇਆ ਸੀ ਨਾ, ਲਲਾ ਬੇਗ ਚੜ੍ਹ ਕੇ ਗਿਆ ਸੀ 35,000 ਫੌਜ ਲੈ ਕਰਕੇ, ਤੇ ਉਹਦੇ ਵਿੱਚ ਇੱਕ ਸੂਈਆ ਗਿਆ ਸੀ ਹਸਨ ਅਲੀ। ਤੇ ਗੁਰੂ ਪਿਆਰ ਵਾਲਿਓ, ਉਹ ਵੀ ਜਦੋਂ ਸੂਹ ਲੈ ਕੇ ਆਇਆ ਨਾ, ਸੂਹ ਲੈਂਦਾ ਫੜਿਆ ਗਿਆ, ਮਹਾਰਾਜ ਦੇ ਪੇਸ਼ ਕੀਤਾ। ਮਹਾਰਾਜ ਨੇ ਉਸ ਨੂੰ ਕੁਝ ਨਹੀਂ ਕਿਹਾ, ਸਗੋਂ ਆਪਣੇ ਕੋਲੋਂ ਇੱਕ ਦਸਤਾਰ ਦਿੱਤੀ, ਉਹਦਾ ਸਨਮਾਨ ਕੀਤਾ। ਜਦੋਂ ਵਾਪਸ ਗਿਆ ਨਾ, ਤੇ ਲਲਾ ਬੇਗ ਨੇ ਫੜ ਕੇ ਕੁੱਟਿਆ ਵੀ ਇਹ ਵੈਰੀਆਂ ਨਾਲ ਰਲ ਗਿਆ ਹੈ, ਇਹ ਦਸਤਾਰ ਲੈ ਕੇ ਆਇਆ, ਦਸਤਾਰ ਐਵੇਂ ਥੋੜ੍ਹਾ ਮਿਲਦੀ ਹੈ। ਤੇ ਗੁਰੂ ਪਿਆਰ ਵਾਲਿਓ, ਉਸ ਵੇਲੇ ਵਿਚਾਰਾ ਹਸਨ ਅਲੀ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ। ਤੇ ਸਿੱਖ ਕਹਿਣ ਲੱਗੇ, ਦੁਸ਼ਮਣ ਤੇ ਯਕੀਨ ਨਹੀਂ ਕਰਨਾ ਚਾਹੀਦਾ, ਇਹਨੂੰ ਛੱਡਣਾ ਨਹੀਂ ਚਾਹੀਦਾ। ਤੇ ਛੇਵੇਂ ਪਾਤਸ਼ਾਹ ਨੇ ਆਖਿਆ, ਸਿੱਖੋ, ਜਿਹੜਾ ਇੱਕ ਵਾਰ ਕਹਿ ਦੇਣਾ ਕਿ ਸ੍ਰੀ ਹਰਗੋਬਿੰਦ ਸਾਹਿਬ ਮੈਂ ਤੇਰਾ, ਉਹਦੀ ਮੈਂ ਰੱਖਿਆ ਕਰਨੀ ਭਾਵੇਂ ਉਹ ਦੁਸ਼ਮਣ ਵੀ ਹੋਵੇ। ਜਿਹੜਾ ਇੱਕ ਵਾਰ ਕਹਿ ਦੇ ਕਿ ਪਾਤਸ਼ਾਹ ਮੈਂ ਤੇਰਾ ਵਾਂ, ਜਿਹਨੇ ਮੇਰਾ ਕਹਿਤਾ ਨਾ, ਉਹਦੀ ਮੈਂ ਰੱਖਿਆ ਕਰਨੀ। ਸਿੱਖੋ, ਜੇ ਮੈਂ ਉਹਦੀ ਇੱਥੇ ਰੱਖਿਆ ਨਹੀਂ ਕਰੂੰਗਾ ਤੇ ਪਰਲੋਕ ਵਿੱਚੋਂ ਕਿੱਥੋਂ ਕਰ ਲਵਾਂਗਾ। ਇਹ ਉਹਨੂੰ ਲੱਜਾ ਹੁੰਦੀ ਹੈ ਜਿਹੜਾ ਉਹਦੀ ਸ਼ਰਨ ਵਿੱਚ ਪੈ ਜਾਂਦਾ। ਭੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹੂ। ਅਖੀਰਲੀ ਪੰਕਤੀ ਵਿੱਚ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਪੋਹ ਦਾ ਮਹੀਨਾ ਉਹਨਾਂ ਵਾਸਤੇ ਸਾਰੇ ਸੁੱਖ ਦੇਣ ਵਾਲਾ ਹੈ। ਉਹਨਾਂ ਨੂੰ ਸਾਰੇ ਸੁੱਖ ਦੇਵੇਗਾ, ਉਹ ਸਾਰੇ ਸੁੱਖਾਂ ਨਾਲ ਸੋਭਾ ਪਾਉਣਗੇ। ਜਿਸ ਬਖਸ਼ੇ ਵੇ ਪਰਵਾਹੋ, ਜਿਨ੍ਹਾਂ ਤੇ ਬੇਪਰਵਾਹ ਵਾਹਿਗੁਰੂ ਦੀ ਬਖਸ਼ਿਸ਼ ਹੋਵੇਗੀ, ਕਿਰਪਾ ਹੋਵੇਗੀ, ਜਿਨ੍ਹਾਂ ਨੂੰ ਉਹ ਬਖਸ਼ੇਗਾ ਉਹਨਾਂ ਵਾਸਤੇ ਸੁੱਖਾਂ ਭਰਿਆ ਹੋਵੇਗਾ। ਤੇ ਬਖਸ਼ਿਸ਼ ਵਾਹਿਗੁਰੂ ਦੀ ਉਹਨਾਂ ਤੇ ਹੁੰਦੀ ਹੈ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ। ਤੇ ਗੁਰੂ ਦਾ ਹੁਕਮ ਸਾਡੇ ਵਾਸਤੇ ਇੱਕੋ ਹੀ ਹੈ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਧੰਨ ਗੁਰੂ ਗ੍ਰੰਥ ਸਾਹਿਬ ਦੀ ਲੜ ਲੱਗੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਗੁਰੂ ਦਸੀ ਮਰਿਆਦਾ ਵਿੱਚ ਚੱਲੀਏ, ਨਾਮ ਬਾਣੀ ਸਤ ਸੰਗਤ ਅਭਿਆਸ ਕਰੀਏ, ਤਾਂ ਗੁਰੂ ਦੀ ਬਖਸ਼ਿਸ਼ ਸਾਡੇ ਤੇ ਹੋਵੇਗੀ। ਸਾਡੇ ਵਾਸਤੇ ਵੀ ਇਹ ਪੋਹ ਦਾ ਮਹੀਨਾ ਤੇ ਕੀ ਸਾਰਾ ਜੀਵਨ ਹੀ ਸੁਖਮਈ ਹੋਵੇਗਾ। ਸਤਿਗੁਰੂ ਜੀ ਕਿਰਪਾ ਕਰਨ। ਪਿਛਲਾ ਮਹੀਨਾ ਆਪਣੇ ਭਾਣੇ ਅੰਦਰ ਬਤੀਤ ਕੀਤਾ, ਅੱਜ ਪੋਹ ਦਾ ਮਹੀਨਾ ਪ੍ਰਾਰੰਭ ਹੋਇਆ। ਆਪਣੇ ਭਾਣੇ ਅੰਦਰ ਸੇਵਾ ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ ਹੋਇਆਂ, ਗੁਰੂ ਮੱਤ ਵਿੱਚ ਵਿਚਰਦਿਆਂ ਹੋਇਆਂ, ਚੰਗੇ ਕਰਮ ਕਰਦਿਆਂ ਹੋਇਆਂ ਬਤੀਤ ਹੋਵੇ। ਸੋ ਅੱਜ ਦੇ ਪਾਵਨ ਉਪਦੇਸ਼ ਵਿੱਚੋਂ ਸਿਧਾਂਤ ਇਹੀ ਪ੍ਰਾਪਤ ਹੋਇਆ ਹੈ ਕਿ ਭਾਈ ਜਿਹੜਾ ਵਾਹਿਗੁਰੂ ਨੂੰ ਮਿਲ ਪਿਆ ਨਾ,
ਉਹਦੇ ਤੇ ਸਾਰੀਆਂ ਬਖਸ਼ਿਸ਼ਾਂ ਹੁੰਦੀਆਂ, ਜਿਹੜਾ ਗੁਰੂ ਵਾਲਾ ਬਣ ਗਿਆ। ਇਸ ਕਰਕੇ ਆਪਾਂ ਗੁਰੂ ਵਾਲੇ ਬਣ ਕਰਕੇ ਜੀਵਨ ਸਵਾਰੀਏ। ਇਤਨੀ ਸੇਵਾ ਪ੍ਰਵਾਨ ਕਰਿਓ, ਭੁੱਲਾਂ ਦੀ ਖਿਮਾ ਬਖਸ਼ਿਓ। 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਸਰਮ ਪਾਈ ਨਾਰਾਇਣ ਨਾਨਕ ਦਰ ਪਈਆ ਹੋ, ਪੋਖ ਸੁਹੰਦਾ ਸਰਬ ਸੁਖ, ਜਿਸ ਬਖਸੇ ਵੇ ਪਰਵਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।